ਆਪ ਲਿਹੋ ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਅਦਕ ਨਰਾਦਰ ਪਾਇ ਕੈ ਧੀਰ ਮਲ ਦੁਖ ਹੀਅ। ਸਭ ਸੰਗਤ ਮੈਂ ਬਿਦਤ ਭੇ ਬਿਰਮਿਆਦ ਜਿਮ ਕੀਅ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਖਾਲਸਾ ਸਾਧ ਸੰਗਤ ਜੀ, ਸਤਿਗੁਰਾਂ ਦੀ ਪਵਿੱਤਰ ਪਾਵਨ ਹਜ਼ੂਰੀ ਵਿਖੇ ਸੰਧਿਆ ਦੇ ਦੀਵਾਨ ਸਜੇ ਹਨ। ਆਪ ਜੀ ਨੇ ਅੰਮ੍ਰਿਤਮਈ ਗੁਰੂ ਕੀ ਬਾਣੀ ਸੋਧਾਰਾ ਰਾਜ ਸਾਹਿਬ ਜੀ ਦੇ ਪਾਠ ਔਰ ਗੁਰੂ ਕੀ ਅੰਮ੍ਰਿਤਮਈ ਬਾਣੀ ਦੇ ਕੀਰਤਨ ਸਰਵਣ ਕੀਤੇ ਹਨ। ਆਓ ਹੁਣ ਆਪਣੀਆਂ ਮਨ ਬਿਰਤੀਆਂ ਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ 6ਵੇਂ ਪਾਤਸ਼ਾਹ ਦੇ ਚਰਨਾਂ 'ਚ ਇਕਾਗਰ ਕਰੀਏ। ਸਤਿਗੁਰੂ ਜੀ ਨੇ ਹੋਲੀ ਦੇ ਮੇਲੇ ਉੱਤੇ ਸਾਰੀਆਂ ਸੰਗਤਾਂ ਨੂੰ ਕੀਰਤਪੁਰ ਸਾਹਿਬ ਸੱਦਿਆ ਸੀ। ਬਹੁਤ ਦੂਰ ਦੁਰਾਡਿਆਂ ਤੋਂ ਸੰਗਤਾਂ ਨੂੰ ਹੁਕਮਨਾਮੇ ਭੇਜ ਕੇ ਬੁਲਾਇਆ ਅਤੇ ਸਤਿਗੁਰੂ ਜੀ ਨੇ ਆਪਣੇ ਪੋਤਰੇ ਬਾਬਾ ਧੀਰਮਲ ਜੀ ਨੂੰ ਵੀ ਕਰਤਾਰਪੁਰ ਤੋਂ ਬੁਲਾਉਣ ਵਾਸਤੇ ਆਪਣੀ ਵੱਡੀ ਨੂੰ ਮਾਤਾ ਨਤੀ ਜੀ ਨੂੰ ਭੇਜਿਆ ਕਿ ਤੁਸੀਂ ਜਾ ਕੇ ਆਪਣੇ ਪੁੱਤਰ ਧੀਰਮਲ ਨੂੰ ਲੈ ਕੇ ਆਓ। ਮਾਤਾ ਨਤੀ ਗਈ ਔਰ ਸਮਝਾ ਬੁਝਾ ਕੇ ਧੀਰਮਲ ਨੂੰ ਲੈ ਆਈ। ਆ ਕੇ ਗੁਰੂ ਸਾਹਿਬ ਨੂੰ ਧੀਰਮਲ ਨੇ ਮੱਥਾ ਟੇਕਿਆ ਅਤੇ ਸਤਿਗੁਰੂ ਨੇ ਪੁੱਛਿਆ, ਹਾਂ ਬੇਟਾ ਸੁਣਾ, ਕੀ ਹਾਲ ਚਾਲ ਹੈ? ਕਹਿੰਦਾ ਜੀ ਸਭ ਤੁਹਾਡੀ ਕਿਰਪਾ ਨਾਲ ਠੀਕ ਹੈ। ਮਹਾਰਾਜ ਕਹਿੰਦੇ ਕਰਤਾਰਪੁਰ 'ਚ ਹੀ ਦਿਲ ਲਾ ਲਿਆ? ਕਹਿੰਦਾ ਮਹਾਰਾਜ ਤੁਹਾਡੇ ਨਗਰ ਨੂੰ ਬਚਾ ਲਿਆ, ਮੈਂ ਤੁਰਕਾਂ ਨਾਲ ਸੰਧੀ ਕਰ ਲਈ ਹੈ। ਜੇ ਮੈਂ ਤੁਰਕਾਂ ਨਾਲ ਸੰਧੀ ਨਾ ਕਰਦਾ ਤਾਂ ਕਰਤਾਰਪੁਰ ਉੱਜੜ ਜਾਣਾ ਸੀ। ਗੁਰੂ ਸਾਹਿਬ ਸਮਝ ਗਏ ਵੀ ਬੜੇ ਹੰਕਾਰ ਦੇ ਬਚਨ ਕਰ ਰਿਹਾ। ਮਹਾਰਾਜ ਕਹਿੰਦੇ ਕੋਈ ਨਹੀਂ, ਚੰਗਾ ਕੀਤਾ। ਪਰ ਗੁਰੂ ਸਾਹਿਬ ਨੇ ਧੀਰਮਲ ਵੱਲ ਬਹੁਤਾ ਰੁਖ ਨਹੀਂ ਕੀਤਾ। ਧੀਰਮਲ ਇਸ ਗੱਲ ਨੂੰ ਜਾਣਦਾ ਸੀ ਕਿ ਗੁਰੂ ਸਾਹਿਬ ਨੇ ਹੋਲੀ ਵਾਲੇ ਦਿਨ ਯਾਨੀ ਪੂਰਨਮਾਸ਼ੀ ਵਾਲੇ ਦਿਨ ਦੀਵਾਨ ਲਾਉਣਾ ਹੈ। ਕੱਲ੍ਹ ਦਾ ਦਿਨ 14 ਦਾ ਜਿਹੜਾ ਹੈ ਉਹ ਖਾਲੀ ਹੈ ਅਤੇ ਇਹਨੇ ਆਪਣੇ 5-7 ਖਾਸ ਬੰਦਿਆਂ ਨਾਲ ਸਲਾਹ ਕਰਕੇ 14 ਵਾਲੇ ਦਿਨ ਦੀਵਾਨ ਲਾ ਲਿਆ। ਮੱਥੇ 'ਤੇ ਕਲਗੀਆਂ ਤੋੜੇ ਲਾ ਕੇ, ਸੁੰਦਰ ਪੁਸ਼ਾਕਾਂ ਪਹਿਨ ਕੇ, ਚੰਦੋਆ ਲਾ ਕੇ, ਗੱਦੀ ਲਾ ਕੇ ਬੈਠ ਗਿਆ ਅਤੇ ਸਿਰ 'ਤੇ ਚੌਰ ਕਰਾਉਣ ਲੱਗ ਪਿਆ ਅਤੇ ਆਪਣੇ ਮਸੰਦਾਂ ਕੋਲੋਂ ਪ੍ਰਚਾਰ ਵੀ ਕਰਾਤਾ ਵੀ ਇਹ ਬਾਬਾ ਧੀਰਮਲ ਵੱਡਾ ਪੋਤਰਾ ਗੁਰੂ ਸਾਹਿਬ ਨੇ ਆਪ ਬੁਲਾਇਆ, ਗੱਦੀ ਇਹਨੂੰ ਹੀ ਦੇਣੀ ਹੈ, ਇਹਦੀ ਪੂਜਾ ਕਰੋਗੇ ਗੁਰੂ ਦੀਆਂ ਖੁਸ਼ੀਆਂ ਮਿਲਣਗੀਆਂ। ਭੋਲੀਆਂ ਸੰਗਤਾਂ ਆ ਕੇ ਮੱਥਾ ਵੀ ਟੇਕਣ ਲੱਗ ਪਈਆਂ। ਪਰ ਜਦੋਂ ਸਤਿਗੁਰੂ ਜੀ ਨੂੰ ਪਤਾ ਲੱਗਾ, ਮਹਾਰਾਜ ਨੇ ਆਪਣੀ ਫੌਜ ਦੇ ਸੂਰਬੀਰ ਯੋਧੇ ਭੇਜ ਕੇ ਧੀਰਮਲ ਨੂੰ ਬਾਹੋਂ ਫੜ ਕੇ ਗੱਦੀ ਤੋਂ ਉਠਾ ਦਿੱਤਾ ਔਰ ਉਹਦੇ ਸਾਥੀਆਂ ਨੂੰ ਵੀ ਬੜੀ ਸਖਤ ਤਾੜਨਾ ਕਰਕੇ ਸ੍ਰੀ ਕੀਰਤਪੁਰ ਸਾਹਿਬ ਤੋਂ ਜਾਣ ਦਾ ਹੁਕਮ ਸੁਣਾ ਦਿੱਤਾ। ਧੀਰਮਲ ਬੜੀ ਬੇਇੱਜ਼ਤੀ ਕਰਾ ਕੇ ਕੀਰਤਪੁਰ ਸਾਹਿਬ ਤੋਂ ਵਾਪਸ ਗਿਆ। ਉਹ ਕਥਾ ਕਵੀਰਾਜ ਭਾਈ ਸਾਹਿਬ ਸੰਤੋਖ ਸਿੰਘ ਜੀ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ 8ਵੀਂ ਰਾਸ ਵਿੱਚ ਵਰਣਨ ਕਰ ਰਹੇ ਨੇ। ਆਓ ਸਰਵਣ ਕਰੀਏ, ਪ੍ਰੇਮ ਨਾਲ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਅਦਕ ਨਰਾਦਰ ਪਾਇ ਕੈ ਧੀਰਮਲ ਦੁਖ ਹੀਅ। ਜਦੋਂ ਧੀਰਮਲ ਦਾ ਗੁਰੂ ਕੇ ਯੋਧਿਆਂ ਨੇ ਨਰਾਦਰ ਕੀਤਾ, ਬਾਹੋਂ ਫੜ ਕੇ ਉਠਾ ਦਿੱਤਾ, ਮਨ ਵਿੱਚ ਧੀਰਮਲ ਬਹੁਤ ਜ਼ਿਆਦਾ ਦੁਖੀ ਹੋਇਆ ਹੈ। ਸਭ ਸੰਗਤ ਮੈਂ ਬਿਦਤ ਭੇ ਬੇਮਰਿਆਦ ਜਿਮ ਕੀਅ। ਔਰ ਜੋ ਧੀਰਮਲ ਨੇ ਕਰਤੂਤ ਕੀਤੀ ਸੀ, ਬੇਮਰਜ਼ਾਦਾ ਕੀਤੀ ਸੀ। ਸਤਿਗੁਰੂ ਸਾਹਿਬ ਮਹਾਰਾਜ 6ਵੇਂ ਪਾਤਸ਼ਾਹ ਦੇ ਹੁੰਦਿਆਂ ਸੌਂਦਿਆਂ ਆਪਣੀ ਗੱਦੀ ਲਾ ਕੇ ਆਪਣੀ ਪੂਜਾ ਕਰਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਸੀ, ਉਹ ਮਹਾਰਾਜ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਿਆਰੇ ਪ੍ਰੇਮੀ ਸਿੱਖਾਂ ਦੇ ਵਿੱਚ ਪ੍ਰਗਟ ਹੋ ਗਈ ਵੀ ਧੀਰਮਲ ਗੁਰੂ ਦੇ ਹੁਕਮ ਦੇ ਵਿੱਚ ਨਹੀਂ ਹੈ। ਚੌਪਈ ਸੁਨ ਕਰ ਸੰਗਤ ਮਹਿ ਸਿੱਖ ਸਿਆਣੇ। ਸਿੱਖ ਸੰਗਤਾਂ ਵਿੱਚ ਜਿਹੜੇ ਸਿਆਣੇ ਸਿੱਖ ਸਨ,
ਪ੍ਰਿਥੀਏ ਸਮ ਕੈ ਕਪਟ ਮਹਾਨੇ। ਆਪਸ ਵਿੱਚ ਗੱਲਾਂ ਕਰਨ ਲੱਗ ਪਏ। ਗੁਰੂ ਕੇ ਸਿੱਖ ਵਿਚਾਰ ਕਰਦੇ ਕਹਿੰਦੇ ਨੇ ਕਿ ਧੀਰਮਲ ਪ੍ਰਿਥੀ ਚੰਦ ਵਰਗਾ ਹੀ ਨਿਕਲਿਆ ਹੈ। ਜਿਵੇਂ ਗੁਰੂ ਅਰਜਨ ਦੇਵ ਜੀ ਦਾ ਵੱਡਾ ਭਰਾ ਪ੍ਰਿਥੀ ਚੰਦ ਗੁਰੂ ਅਰਜਨ ਦੇਵ ਜੀ ਨਾਲ ਸਾਰੀ ਉਮਰ ਧਰੋਕ ਮੰਨਦਾ ਰਿਹਾ, ਈਰਖਾ ਦਵੈਸ਼ ਕਰਦਾ ਰਿਹਾ, ਸਾਰੀ ਉਮਰ ਗੁਰੂ ਅਰਜਨ ਦੇਵ ਜੀ ਨੂੰ ਦੁੱਖ ਦਿੰਦਾ ਰਿਹਾ, ਗੁਰੂ ਹਰਗੋਬਿੰਦ ਸਾਹਿਬ ਦੀ ਵੀ ਜਾਨ ਲੈਣ ਦੀ ਕੋਸ਼ਿਸ਼ ਕੀਤੀ। ਉਸੇ ਤਰ੍ਹਾਂ ਹੀ ਗੁਰੂ ਦਾ ਪੋਤਰਾ ਧੀਰਮਲ ਨਿਕਲਿਆ ਹੈ। ਆਪਣੋ ਜਾਨ ਛਿਮਾ ਗੁਰ ਧਰੈ। ਮਹਾਰਾਜ ਤਾਂ ਇਹਨੂੰ ਆਪਣਾ ਪੋਤਰਾ ਸਮਝ ਕੇ ਮਾਫ ਕਰ ਦਿੰਦੇ ਹਨ। ਇਹੋ ਤਿਨ ਹਾਂਜੀ, ਇਹੋ ਤਿਨ ਤੇ ਕੁਛ ਤਰਾਸ ਨ ਕਰੈ। ਪਰ ਇਹ ਗੁਰੂ ਸਾਹਿਬ ਤੋਂ ਡਰਦਾ ਹੀ ਨਹੀਂ, ਮਨ ਵਿੱਚ ਭੈ ਹੀ ਨਹੀਂ ਰੱਖਦਾ। ਇਹਨੂੰ ਸਮਝ ਨਹੀਂ ਵੀ ਗੁਰੂ ਸਾਹਿਬ ਬੜੇ ਵੱਡੇ ਮਹਾਨ ਹਿਰਦੇ ਵਾਲੇ ਹਨ, ਵਿਸ਼ਾਲ ਹਿਰਦਾ ਸਤਿਗੁਰਾਂ ਦਾ, ਛੋਟੀਆਂ ਮੋਟੀਆਂ ਗੱਲਾਂ ਨੂੰ ਮਨ 'ਤੇ ਨਹੀਂ ਲਿਆਉਂਦੇ। ਪਰ ਇਹ ਮੂਰਖ ਉਸ ਗੱਲ ਨੂੰ ਸਮਝਦਾ ਨਹੀਂ। ਕਈ ਵਾਰੀ ਸਾਧ ਸੰਗਤ ਜੀ ਕਿਸੇ ਬੰਦੇ ਦਾ ਲਿਹਾਜ਼ ਵੀ ਕਰੀਏ ਨਾ ਤੇ ਉਹਨੂੰ ਅਕਲ ਨਹੀਂ ਆਉਂਦੀ ਵੀ ਮੇਰਾ ਲਿਹਾਜ਼ ਹੋ ਰਿਹਾ, ਉਹ ਸਿਰੇ ਚੜ੍ਹ ਜਾਂਦਾ। ਇਹ ਧੀਰਮਲ ਵੀ ਉਸੇ ਤਰ੍ਹਾਂ ਗੁਰੂ ਸਾਹਿਬ ਜੀ ਦੇ ਲਿਹਾਜ਼ ਨੂੰ, ਗੁਰੂ ਸਾਹਿਬ ਜੀ ਦੀਆਂ ਬਖਸ਼ਿਸ਼ਾਂ ਨੂੰ ਪਛਾਣਦਾ ਨਹੀਂ ਹੈ। ਗੁਰੂ ਸਾਹਿਬ ਤਾਂ ਇਹਨੂੰ ਦੇਖੋ ਕਰਤਾਰਪੁਰ ਤੋਂ ਬੁਲਾਇਆ, ਕਿਉਂਕਿ ਜਦੋਂ ਮਹਾਰਾਜ ਪੈਂਦੇ ਖਾਂ ਨਾਲ ਜੰਗ ਲੜਿਆ ਸੀ ਤੇ ਪੈਂਦੇ ਖਾਂ ਨਾਲ ਜੰਗ ਲੜ ਕੇ 78,000 ਫੌਜ ਤੁਰਕਾਂ ਦੀ ਮਾਰ ਦਿੱਤੀ ਸੀ। ਸ੍ਰੀ ਕਰਤਾਰਪੁਰ ਦੇ ਲਾਗੇ ਜਲੰਧਰ ਤੱਕ, ਪਰਾਂ ਬਿਆਸ ਤੱਕ, ਦੂਰ ਦੂਰ ਤਾਈਂ ਜੰਗ ਹੋਇਆ ਸੀ। ਕਈ ਮੀਲਾਂ 'ਚ ਲਾਸ਼ਾਂ ਖਿਲਰ ਗਈਆਂ, ਹਜ਼ਾਰਾਂ ਘੋੜੇ ਮਰ ਗਏ, ਹਜ਼ਾਰਾਂ ਬੰਦੇ ਮਰ ਗਏ। ਅਤੇ ਸਤਿਗੁਰੂ ਜੀ ਨੇ ਬਚਨ ਕੀਤਾ ਵੀ ਹੁਣ ਇੱਥੇ ਇੰਨੀ ਬਦਬੂ ਫੈਲੇਗੀ, ਇੰਨੀ ਬਿਮਾਰੀ ਫੈਲੇਗੀ ਵੀ ਇੱਥੋਂ ਚੱਲੀਏ, ਦੂਰ ਨਿਕਲ ਚੱਲੀਏ, ਤਾਂ ਕਿ ਜਦੋਂ ਇਹ ਇੰਨਾ ਕੁਝ ਸਾਹਮਣਾ ਵੀ ਔਖਾ ਹੈ। ਰਾਤ ਦਾ ਸਮਾਂ ਸੀ। ਗੁਰੂ ਮਹਾਰਾਜ 6ਵੇਂ ਪਾਤਸ਼ਾਹ ਸਣੇ ਪਰਿਵਾਰ ਕਰਤਾਰਪੁਰ ਤੋਂ ਚਾਲਾ ਪਾਇਆ। ਬਾਕੀ ਸਾਰੇ ਗੁਰੂ ਦਾ ਹੁਕਮ ਮੰਨ ਕੇ ਗੱਡਿਆਂ ਰੇੜਿਆਂ 'ਤੇ ਸਵਾਰ ਹੋ ਕੇ ਚੱਲ ਪਏ। ਧੀਰਮਲ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲੈ ਕੇ ਤੇ ਕਿਤੇ ਲੁਕ ਗਿਆ। ਛੋਟਾ ਜਿਹਾ ਸੀ ਉਦੋਂ। ਧੀਰਮਲ ਦੀ ਉਮਰ ਉਦੋਂ 8-10 ਸਾਲ ਦੀ ਸੀ, ਮਸੀਂ ਛੋਟੀ ਉਮਰ ਦਾ ਸੀ। ਪਰ ਮਨ ਵਿੱਚ ਕਪਟ ਬੜਾ ਸੀ। ਛੋਟੇ ਜਿਹੜੇ ਬੱਚੇ ਇਹੋ ਜਿਹੇ ਹੁੰਦੇ ਆ ਨਾ, ਕਈ ਵਾਰੀ ਦੇਖਿਆ ਹੈ, ਉਹ ਬਚਪਨ ਤੋਂ ਹੀ ਨੇਚਰ ਹੀ ਹੁੰਦਾ ਬੰਦੇ ਦਾ, ਪਿਛਲੇ ਜਨਮਾਂ ਦੇ ਸੰਸਕਾਰ ਨਾਲ ਆਉਂਦੇ ਆ। ਇਹ ਵੀ ਬਚਨ ਇਤਿਹਾਸ ਵਿੱਚ ਆਉਂਦਾ ਵੀ ਜਦੋਂ ਧੀਰਮਲ ਦਾ ਜਨਮ ਹੋਇਆ ਸੀ, ਦਾਈਆਂ ਨੇ ਮਹਾਰਾਜ ਨੂੰ ਵਧਾਈ ਦਿੱਤੀ, 6ਵੇਂ ਪਾਤਸ਼ਾਹ ਤੁਹਾਨੂੰ ਵਧਾਈ ਹੋਵੇ, ਤੁਹਾਡੇ ਘਰ ਪੋਤਰਾ ਹੋਇਆ। ਸਤਿਗੁਰੂ ਮੁਸਕਰਾ ਪਏ, ਕਹਿਣ ਲੱਗੇ ਸਾਡਾ ਤਾਇਆ ਹੀ ਮੁੜ ਕੇ ਆ ਗਿਆ। ਪ੍ਰਿਥੀ ਚੰਦ ਵਾਲੀ ਰੂਹ ਹੀ ਆ ਗਈ। ਰੂਹਾਂ ਹੀ ਹੁੰਦੀਆਂ ਨੇ, ਚੰਗੀਆਂ ਰੂਹਾਂ ਜੰਮਦਿਆਂ ਹੀ ਪਤਾ ਲੱਗ ਜਾਂਦੀਆਂ। ਸਾਧੂਆਂ ਦੇ ਲੱਛਣ ਹੀ ਵੱਖਰੇ ਹੁੰਦੇ ਆ ਅਤੇ ਸ਼ੈਤਾਨ ਬੰਦਿਆਂ ਦੇ ਵੱਖਰੇ ਹੁੰਦੇ ਆ। ਸੋ ਇਹਨੇ ਮਹਾਰਾਜ ਗੁਰੂ ਗ੍ਰੰਥ ਸਾਹਿਬ ਦੀ ਬੀੜ ਵੀ ਲੁਕਾ ਲਈ, ਜਿਹੜੀ 5ਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਭਾਈ ਗੁਰਦਾਸ ਜੀ ਕੋਲੋਂ ਆਦਿ ਬੀੜ ਲਿਖਵਾਈ ਸੀ। ਅਤੇ ਨਾਲ ਆਪ ਵੀ ਲੁਕ ਗਿਆ, ਕਹਿੰਦਾ ਮੈਂ ਨਹੀਂ ਜਾਣਾ। ਗੁਰੂ ਸਾਹਿਬ ਜੀ ਆ ਗਏ ਕੀਰਤਪੁਰ, ਧੀਰਮਲ ਨਹੀਂ ਆਇਆ। ਤੁਰਕਾਂ ਨਾਲ ਸੰਧੀ ਕਰ ਲਈ, ਬਾਦਸ਼ਾਹ ਕੋਲ ਚਿੱਠੀ ਲਿਖ ਕੇ ਭੇਜੀ ਵੀ ਮੈਂ ਤੁਹਾਡੇ ਨਾਲ ਰਲ ਕੇ ਰਵਾਂਗਾ ਅਤੇ ਮੈਂ ਤੁਹਾਡੇ ਤੋਂ ਬਾਹਰ ਨਹੀਂ ਜਾਵਾਂਗਾ। ਉੱਥੇ ਡੇਰਾ ਬਣਾ ਲਿਆ ਕਰਤਾਰਪੁਰ, ਪੂਰੀ ਆਪਣੀ ਸ਼ਾਨ ਬਣਾ ਲਈ। ਬਾਬਾ ਗੁਰਦਿੱਤਾ ਜੀ ਧੀਰਮਲ ਦੇ ਪਿਤਾ ਜੀ ਚੜ੍ਹਾਈ ਕੀਤੇ, ਸੱਚਖੰਡ ਗਮਨ ਕੀਤਾ ਬਾਬੇ ਗੁਰਦਿੱਤੇ ਜੀ ਨੇ, ਅਤੇ ਮਹਾਰਾਜ ਨੇ ਸੱਦਾ ਭੇਜਿਆ ਵੀ ਪੁੱਤਰ ਤੇਰਾ ਪਿਤਾ ਗੁਜ਼ਰ ਗਿਆ ਅਤੇ ਆ ਕੇ ਨਾਲੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲੈ ਕੇ ਆ, ਉਹਨਾਂ ਦੇ ਬਾਬੇ ਗੁਰਦਿੱਤੇ ਦੇ ਨਿਮਿਤ ਪਾਠ ਕਰੀਏ ਅਤੇ ਨਾਲੇ ਆਪਾਂ ਸਾਰਾ ਪਰਿਵਾਰ ਦੁੱਖ ਦੀ ਘੜੀ 'ਚ ਇਕੱਠੇ ਹੋਈਏ। ਨਹੀਂ ਆਇਆ। ਮਾਤਾ ਨੱਤੀ ਆ ਗਈ ਉੱਥੋਂ ਚੱਲ ਕੇ ਆਪਣੇ ਪਤੀ ਦੇ ਭੋਗ 'ਤੇ, ਪਰ ਧੀਰਮਲ ਪਿਓ ਦੇ ਭੋਗ 'ਤੇ ਨਹੀਂ ਆਇਆ। ਹੁਣ ਮਾਤਾ ਨੱਤੀ ਨੂੰ ਗੁਰੂ ਸਾਹਿਬ ਨੇ ਭੇਜਿਆ ਸੀ ਆਪਣੀ ਨੂੰਹ ਨੂੰ ਵੀ ਜਾ ਕਰਤਾਰਪੁਰ ਤੋਂ ਧੀਰਮਲ ਨੂੰ ਲੈ ਕੇ ਆ, ਸਾਰੀ ਸੰਗਤ ਆਉਣੀ ਹੈ, ਸਾਰੀ ਦੁਨੀਆ ਨੇ ਇਕੱਠੇ ਹੋਣਾ। ਗੁਰੂ ਸਾਹਿਬ ਨੇ ਗੁਰਤਾ ਗੱਦੀ ਦੇਣੀ ਸੀ ਅਤੇ ਮਹਾਰਾਜ ਕਹਿੰਦੇ ਕੋਈ ਕਿਸੇ ਨੂੰ ਕੋਈ ਇਤਰਾਜ਼ ਨਾ ਹੋਵੇ, ਸਾਰਿਆਂ ਦੇ ਸਾਹਮਣੇ ਜਿਹੜਾ ਕੰਮ ਹੋ ਜਾਏਗਾ ਉਹ ਫਿਰ ਸਰਵ ਮਾਨਿਆ ਹੋ ਜਾਂਦਾ। ਪਰ
ਇਹ ਜਿਹੜਾ ਧੀਰਮਲ ਹੈ ਬੜਾ ਔਖਾ ਹੋ ਕੇ ਆਇਆ, ਆ ਕੇ ਆ ਕਰਤੂਤ ਕਰ ਦਿੱਤੀ ਵੀ ਗੁਰੂ ਸਾਹਿਬ ਤੋਂ ਪਹਿਲਾਂ ਹੀ ਗੱਦੀ ਲਾ ਕੇ ਬੈਠ ਗਿਆ। ਹੁਣ ਗੁਰੂ ਕੇ ਸਿੱਖਾਂ ਨੇ ਜਦੋਂ ਫੜ ਕੇ ਉਠਾ ਦਿੱਤਾ ਹੈ, ਅੰਦਰ ਮਨ 'ਚ ਬੜਾ ਦੁਖੀ ਹੋ ਕੇ ਸੜਦਾ ਕੁੜਦਾ ਚਲਾ ਗਿਆ ਹੈ। ਤੇ ਸੰਗਤਾਂ ਗੱਲਾਂ ਕਰਨ ਲੱਗ ਪਈਆਂ ਨੇ ਕਿ ਦੇਖੋ ਧੀਰਮਲ ਨੇ ਕੀ ਕਰਤੂਤ ਕੀਤੀ ਹੈ। ਗੁਰੂ ਸਾਹਿਬ ਤਾਂ ਬਖਸ਼ਿੰਦ ਹਨ ਤੇ ਉੱਥੋਂ ਇਹਨੂੰ ਬੁਲਾਇਆ, ਇਹਦੀਆਂ ਭੁੱਲਾਂ ਵੀ ਨਹੀਂ ਚਿਤਾਰੀਆਂ, ਫਿਰ ਵੀ ਬੁਲਾਇਆ ਵੀ ਪੋਤਰਾ ਹੈ, ਚਲੋ ਕੋਈ ਗੱਲ ਨਹੀਂ। ਘਰ 'ਚ 100 ਵਾਰੀ ਨਾਰਾਜ਼ਗੀ ਹੁੰਦੀ ਹੈ, 100 ਵਾਰੀ ਪਰਿਵਾਰ ਇਕੱਠਾ ਹੁੰਦਾ, 100 ਵਾਰੀ ਗੱਲਾਂ ਹੁੰਦੀਆਂ ਨੇ। ਮਹਾਰਾਜ ਨੇ ਬੁਲਾਇਆ ਪਰ ਫਿਰ ਵੀ ਸਮਝਿਆ ਨਹੀਂ ਹੈ। ਪਾਤੀ ਲਿਖਤ ਰਿਪਨ ਸੋ ਰਹਿਓ। ਤੁਰਕਾਂ ਨੂੰ ਚਿੱਠੀਆਂ ਲਿਖਦਾ ਰਿਹਾ ਹੈ। ਆਪਣੇ ਗੁਰਦੇਵ ਪਿਤਾ ਦਾਦਾ ਜੀ ਮਹਾਰਾਜ 6ਵੇਂ ਪਾਤਸ਼ਾਹ ਤੋਂ ਵੱਖਰਾ ਹੋ ਕੇ ਤੁਰਕਾਂ ਨਾਲ ਸੰਧੀਆਂ ਕਰਨੀਆਂ, ਤੁਰਕਾਂ ਨੂੰ ਚਿੱਠੀਆਂ ਲਿਖਣੀਆਂ, ਇਹ ਕੋਈ ਚੰਗਾ ਕੰਮ ਥੋੜ੍ਹਾ ਹੈ ਜਿਹੜਾ ਧੀਰਮਲ ਨੇ ਕੀਤਾ ਹੈ। ਗੁਰ ਪ੍ਰਤਾਪ ਕੋ ਨੈਕ ਨ ਰਹਿਓ। ਇਸ ਧੀਰਮਲ ਨੇ ਗੁਰੂ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ ਦੀ ਮਹਿਮਾ ਨਹੀਂ ਜਾਣੀ। ਐਡਾ ਵੱਡਾ ਪ੍ਰਤਾਪ, ਐਡੇ ਵੱਡੇ ਪਾਤਸ਼ਾਹ ਜਿਨ੍ਹਾਂ ਤੋਂ ਹਿੰਦੁਸਤਾਨ ਦੀ ਪਾਤਸ਼ਾਹੀ ਥਰ ਥਰ ਕੰਬਦੀ ਹੈ, ਉਹਨਾਂ ਦੀ ਮਹਿਮਾ ਨੂੰ ਛੱਡ ਕੇ ਤੇ ਝੂਠੇ ਪਾਤਸ਼ਾਹ ਦੀ ਖੁਸ਼ਾਮਦ ਕਰਨ ਲੱਗ ਪਿਆ ਹੈ। ਬਹੁਰ ਸੰਗ ਨਹਿ ਆਵਨ ਕੀਨਾ। ਕਹਿੰਦੇ ਫਿਰ ਗੁਰੂ ਮਹਾਰਾਜ ਦੇ ਨਾਲ ਨਹੀਂ ਆਇਆ ਕਰਤਾਰਪੁਰ ਤੋਂ ਸਾਰਾ ਪਰਿਵਾਰ, ਸਾਰੀਆਂ ਸੰਗਤਾਂ, ਗੁਰੂ ਦੀਆਂ ਸਾਰੀਆਂ ਫੌਜਾਂ, ਸਾਰਾ ਬੱਚਾ ਬੱਚਾ ਗੁਰੂ ਦਾ ਹੁਕਮ ਮੰਨ ਕੇ ਕਰਤਾਰਪੁਰ ਸਾਹਿਬ ਤੋਂ ਨਿਕਲ ਗਿਆ ਤੇ ਕੀਰਤਪੁਰ ਸਾਹਿਬ ਆ ਗਏ। ਹੋਰ ਜਿੱਥੇ ਜਿੱਥੇ ਕਿਸੇ ਦੀ ਰਿਸ਼ਤੇਦਾਰੀ ਸੀ ਉੱਥੇ ਉੱਥੇ ਚਲੇ ਗਏ। ਪਰ ਇਹ ਕਿੱਡਾ ਅਗਿਆਨੀ ਨਿਕਲਿਆ, ਕਿੰਨੀ ਮੂਰਖਤਾ ਕੀਤੀ ਇਸ ਨੇ ਵੀ ਸਤਿਗੁਰੂ ਜੀ ਦੇ ਨਾਲ ਕਰਤਾਰਪੁਰ ਤੋਂ ਨਿਕਲਿਆ ਨਹੀਂ, ਕੀਰਤਪੁਰ ਸਾਹਿਬ ਨਹੀਂ ਆਇਆ। ਗ੍ਰੰਥ ਦੁਰਾਏ ਸਦਨ ਮਹਲੀਨਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਘਰ 'ਚ ਲੁਕਾ ਰਿਹਾ, ਜਿਹੜਾ ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰੂ ਅਰਜਨ ਦੇਵ ਜੀ ਨੇ ਸਰੂਪ ਲਿਖਵਾਇਆ ਬਾਣੀ ਦਾ, ਭਾਈ ਗੁਰਦਾਸ ਜੀ ਦੇ ਪਵਿੱਤਰ ਹੱਥਾਂ ਦਾ ਲਿਖਿਆ ਹੋਇਆ। ਸਾਧ ਸੰਗਤ ਜੀ, ਅਜੇ ਵੀ ਇਹ ਧੀਰਮਲੀਆਂ ਦੇ ਪਰਿਵਾਰ ਕੋਲ ਹੀ ਹੈ। ਭਾਵੇਂ ਬਾਬਾ ਵਡਭਾਗ ਸਿੰਘ ਜੀ ਨੇ ਬੁੱਢੇ ਦਲ ਕੋਲੋਂ ਖੰਡੇ ਦਾ ਅੰਮ੍ਰਿਤ ਛਕ ਲਿਆ ਸੀ ਤੇ ਪੰਥ ਵਿੱਚ ਰਲ ਗਏ ਸਨ, ਪਰ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਨਹੀਂ ਦਿੱਤਾ, ਉਹ ਅਜੇ ਤੱਕ ਉਹਨਾਂ ਦੇ ਕੋਲ ਹੈ। ਚਲੋ ਉਹ ਸੱਚੇ ਪਾਤਸ਼ਾਹ ਦੀ ਖੇਡ ਹੈ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਮੇਂ ਬਾਬਾ ਮੱਖਣ ਸ਼ਾਹ ਲਬਾਣਾ ਖੋਹ ਲਿਆਇਆ ਸੀਗਾ, ਫਿਰ ਸਤਿਗੁਰੂ ਜੀ ਨੇ ਵਾਪਸ ਕਰਾਤਾ ਸੀ। ਅਮਾਨਤਸਰ ਗੁਰਦੁਆਰੇ ਉੱਥੇ ਦਰਿਆ ਵਿੱਚ ਅਮਾਨਤ ਰੱਖੀ ਸੀ। ਸੋ ਇਸ ਤਰ੍ਹਾਂ ਇਹ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਧੀਰਮਲ ਨੇ ਛੁਪਾ ਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਹੁਕਮ ਦੀ ਬੜੀ ਵੱਡੀ ਅਦੂਲੀ ਕੀਤੀ ਹੈ। ਤਉ ਨ ਸਤਿਗੁਰ ਦਿਸ ਔਰ ਭਏ। ਫਿਰ ਵੀ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਖਿਮਾ ਨਿਧਾਨ ਹਨ। ਮਹਾਰਾਜ ਨੇ ਗੁੱਸਾ ਨਹੀਂ ਕੀਤਾ। ਛੋਟੀ ਮੋਟੀ ਗੱਲ ਦਾ ਮਹਾਰਾਜ ਗੁੱਸਾ ਨਹੀਂ ਕਰਦੇ, ਬੜੀਆਂ ਬੜੀਆਂ ਵੱਡੀਆਂ ਭੁੱਲਾਂ ਮਾਫ ਕਰ ਦਿੰਦੇ ਹਨ। ਆਪਣੋ ਜਾਨ ਛਿਮਾ ਕਰ ਗਏ। ਆਪਣਾ ਹੀ ਹੈ, ਆਪਣਾ ਹੀ ਹੈ, ਇਹ ਸਮਝ ਕੇ ਮਾਫ ਕਰ ਛੱਡਿਆ। ਅਬ ਕਿਉਂ ਹੂੰ ਕਰ ਨਿਕਟ ਹਕਾਰਾ। ਹੁਣ ਦੇਖੋ ਜਿਵੇਂ ਕਿਵੇਂ ਕਰਕੇ ਮਾਤਾ ਨੂੰ ਭੇਜਿਆ ਵੀ ਜਾ ਆਪਣੇ ਪੁੱਤਰ ਨੂੰ ਲੈ ਕੇ ਆ। ਮਾਤਾ ਨੱਤੀ ਜੀ ਗਈ, ਜਾ ਕੇ ਲੈ ਕੇ ਆਈ, ਪਰ ਆ ਕੇ ਵੀ ਫਿਰ ਸਿੱਧਾ ਕੰਮ ਨਹੀਂ ਕੀਤਾ, ਪੁੱਠਾ ਹੀ ਕੰਮ ਕੀਤਾ ਹੈ। ਨਿਸ਼ਡਰ ਹੋਇ ਪਖੰਡ ਇਹ ਧਾਰਾ। ਆ ਕੇ ਗੁਰੂ ਸਾਹਿਬ ਨੂੰ ਮਿਲਦਾ, ਪਿਛਲੀਆਂ ਭੁੱਲਾਂ ਦੀ ਮਾਫੀ ਮੰਗਦਾ, ਉਹ ਗੱਲ ਤਾਂ ਦਿਮਾਗ 'ਚ ਹੀ ਨਹੀਂ ਆਈ ਉਹਦੇ। ਉਲਟਾ ਪੁੱਠੀ ਸ਼ੈਤਾਨਾਂ ਵਾਲੀ ਗੱਲ ਕੀਤੀ ਵੀ ਗੁਰੂ ਸਾਹਿਬ ਜੀ ਦੇ ਵਰਗਾ ਹੀ ਦੀਵਾਨ ਲਾ ਕੇ, ਕਲਗੀਆਂ ਤੋੜੇ ਲਾ ਕੇ ਤੇ ਸਿਰ ਤੇ ਚੌਰ ਕਰਾਉਣ ਲੱਗ ਪਿਆ। ਬਾਦਸ਼ਾਹ ਗੁਰੂਆਂ ਦੀ ਤਰ੍ਹਾਂ ਬੈਠ ਗਿਆ ਗੱਦੀ ਲਾ ਕੇ, ਸੰਗਤਾਂ ਕੋਲੋਂ ਮੱਥੇ ਟਿਕਾਉਣ ਲੱਗ ਪਿਆ। ਗੁਰੂ ਸਾਹਿਬ ਨੇ ਤਾਂ ਪੂਰਨਮਾਸ਼ੀ ਵਾਲੇ ਦਿਨ ਲਾਣਾ ਸੀ ਦੀਵਾਨ, ਇਹ 14 ਨੂੰ ਹੀ ਦੀਵਾਨ ਲਾ ਕੇ ਬੈਠ ਗਿਆ। ਕੋ ਜਾਣੈ ਗੁਰ ਕਹਾਂ ਰਜਾਏ। ਸੰਗਤਾਂ ਸੋਚਦੀਆਂ ਕੀ ਜਾਣੀਏ ਗੁਰੂ ਦੀ ਕੀ ਮਰਜ਼ੀ ਹੈ, ਗੁਰੂ ਨੂੰ ਕੀ ਚੰਗਾ ਲੱਗਦਾ ਹੈ। ਇਹ ਵੀ ਗੁਰੂ ਦੇ ਰੰਗ ਹਨ। ਸਾਧ ਸੰਗਤ ਜੀ, ਗੁਰੂ ਸਾਹਿਬਾਂ ਨੇ ਨਾ
ਆਪਣੀ ਜ਼ਿੰਦਗੀ 'ਚ ਸਾਨੂੰ ਸਾਡੇ ਜ਼ਿੰਦਗੀ 'ਚ ਕਿਹੜੇ ਕਿਹੜੇ ਦੁੱਖ ਆਉਣੇ ਨੇ ਉਹ ਪਹਿਲਾਂ ਹੰਢਾ ਕੇ ਦਿਖਾਇਆ। ਆਖੋ ਸ੍ਰੀ ਵਾਹਿਗੁਰੂ। ਇਹ ਜਿਹੜੇ ਬਾਬਾ ਪ੍ਰਿਥੀ ਚੰਦ, ਧੀਰਮਲ, ਰਾਮ ਰਾਏ, ਇਹ ਜਿਹੜੇ ਗੁਰੂ ਘਰ ਦੇ ਵਿੱਚ ਪਾਤਰ ਆਉਂਦੇ ਨਾ, ਇਹ ਗੁਰੂ ਸਾਹਿਬ ਨੇ ਸਾਨੂੰ ਦੱਸਿਆ ਵੀ ਜਦੋਂ ਸਾਡੇ ਘਰਾਂ ਦੇ ਵਿੱਚ ਕਲੇਸ਼ ਹੁੰਦੇ ਆ, ਸਾਡੇ ਹੀ ਭਰਾ ਸਾਡੀ ਜਾਨ ਦੇ ਦੁਸ਼ਮਣ ਬਣ ਜਾਂਦੇ ਆ, ਉਸ ਵੇਲੇ ਫਿਰ ਬੰਦਾ ਡੋਲ ਜਾਂਦਾ। ਕਹਿੰਦਾ ਜਿਨ੍ਹਾਂ ਲਈ ਮੈਂ ਮਰਨਾ ਚਾਹੁੰਦਾ ਉਹੀ ਮੈਨੂੰ ਜੀਣ ਨਹੀਂ ਦਿੰਦੇ। ਇੱਕ ਬੰਦਾ ਕਹਿੰਦਾ ਮੈਂ ਆਪਣੇ ਭਰਾਵਾਂ ਤੇ ਜਾਨ ਵਾਰ ਦਿਆਂ, ਮੇਰੇ ਭਰਾ ਖੁਸ਼ਹਾਲ ਹੋਣ, ਮੇਰੇ ਭਰਾ ਚੜ੍ਹਦੀ ਕਲਾ 'ਚ ਹੋਣ। ਬੰਦਾ ਸੋਚਦਾ, ਉਹੀ ਭਰਾ ਉਹਨੂੰ ਆਪਣੇ ਭਲਾ ਸੋਚਣ ਵਾਲੇ ਦਾ ਬੁਰਾ ਸੋਚਦੇ, ਜਦੋਂ ਉਹਨੂੰ ਮਾਰਨ ਨੂੰ ਜਾਂਦੇ, ਉਹਨੂੰ ਖਤਮ ਕਰਨਾ ਚਾਹੁੰਦੇ, ਉਹ ਫਿਰ ਬੰਦਾ ਡੋਲਦਾ। ਅਤੇ ਫਿਰ ਉਹਨੂੰ ਸਾਹਮਣੇ ਆ ਜਾਂਦਾ ਵੀ ਗੁਰੂ ਸਾਹਿਬ ਦੇ ਨਾਲ ਵੀ ਤਾਂ ਇੱਦਾਂ ਹੀ ਹੁੰਦਾ ਰਿਹਾ। ਉਹਨੂੰ ਹੌਸਲਾ ਮਿਲਦਾ ਵੀ ਗੁਰੂਆਂ ਦੇ ਨਾਲ ਪ੍ਰਿਥੀ ਚੰਦ ਨੇ, ਧੀਰਮਲ ਨੇ, ਰਾਮ ਰਾਏ ਨੇ ਕਿਹੜੀ ਘੱਟ ਕੀਤੀ। ਗੋਲੀਆਂ ਚਲਾਈਆਂ ਗੁਰੂਆਂ ਉੱਤੇ, ਧੀਰਮਲ ਨੇ ਅੱਗੇ ਦੋਵੇਂ ਪਾਤਸ਼ਾਹ 'ਤੇ ਗੋਲੀ ਚਲਾਏਗਾ, ਕਥਾ ਆਏਗੀ। ਸੋ ਇਹ ਸਾਡੇ ਵਾਸਤੇ ਕਈ ਵਾਰੀ ਸ਼ੰਕਾ ਹੋ ਜਾਂਦਾ ਨਾ ਵੀ ਗੁਰੂ ਘਰਾਂ 'ਚ ਵੀ ਇੱਦਾਂ ਕਿਉਂ ਹੁੰਦਾ ਸੀ। ਕਈਆਂ ਨੂੰ ਉਲਟਾ ਦਿਮਾਗ। ਅੱਜ ਕੱਲ੍ਹ ਧੀਰਮਲੀਏ, ਰਾਮ ਰਾਈਏ ਕਿਹੜਾ ਮਰ ਗਏ ਨੇ, ਸਾਡੇ ਵਿੱਚ ਫਿਰ ਉੱਦਾਂ ਦੇ ਬੈਠੇ ਆ ਜਿਹੜੇ ਗੁਰੂ ਦੀ ਬਾਣੀ ਨਹੀਂ ਮੰਨਦੇ, ਗੁਰੂ ਦਾ ਇਤਿਹਾਸ ਨਹੀਂ ਮੰਨਦੇ। ਕੋਈ ਗੱਲ ਗੁਰੂ ਦੀ ਕਹੋ ਤੇ ਉਲਟਾ ਬੋਲਦੇ। ਇਹ ਕਿੱਦਾਂ ਹੋ ਸਕਦਾ ਜੀ? ਇਹ ਬਾਣੀ ਨਹੀਂ ਗੁਰੂ ਦੀ ਜੀ, ਇਹ ਗੁਰੂ ਦਾ ਬਚਨ ਨਹੀਂ ਜੀ, ਇਹ ਗੁਰੂ ਦਾ ਇਤਿਹਾਸ ਨਹੀਂ। ਆਪਣੇ ਖਿਆਲਾਂ ਨੂੰ ਬਸ ਗੁਰਮਤਿ ਕਹਿੰਦੇ ਆ ਅਤੇ ਗੁਰੂ ਦੀ ਮੱਤ ਨੂੰ ਸੁਣਿਆ ਹੀ ਕੋਈ ਨਹੀਂ। ਊੜੇ ਦਾ ਨਹੀਂ ਪਤਾ, ਸਿੱਖੀ ਦਾ ਊੜਾ ਕੀ ਹੁੰਦਾ। ਉਹ ਜਿਹੜੇ ਰਾਮ ਰਾਈਏ, ਧੀਰਮਲੀਏ ਅੱਜ ਵੀ ਜਿਉਂਦੇ ਹੈ। ਸਾਧ ਸੰਗਤ ਜੀ ਵੱਖਰੇ ਵੱਖਰੇ ਰੂਪ ਧਾਰ ਕੇ ਬੈਠੇ ਆ ਸਾਡੇ ਵਿੱਚ ਹੀ। ਉਹਨਾਂ ਨੂੰ ਵੇਖ ਕੇ ਸਾਡਾ ਮਨ ਡੋਲ ਜਾਂਦਾ ਵੀ ਸਾਡੇ ਨਾਲ ਇਹ ਕਿੱਦਾਂ ਕਰਦੇ ਆ, ਕੀ ਕਰਦੇ ਆ। ਪਰ ਜਦੋਂ ਗੁਰੂ ਦਾ ਇਤਿਹਾਸ ਪੜ੍ਹੀਦਾ ਅਤੇ ਫਿਰ ਮਨ ਤਗੜਾ ਹੋ ਜਾਂਦਾ ਵੀ ਕੋਈ ਗੱਲ ਨਹੀਂ, ਇਹੀ ਤਾਂ ਕੁਦਰਤ ਦੀ ਖੇਡ ਹੈ, ਇਹੀ ਤਾਂ ਵਾਹਿਗੁਰੂ ਦੇ ਪਰਮਾਤਮਾ ਦੇ ਰੰਗ ਨੇ। ਹਰ ਯੁੱਗ ਦੇ ਵਿੱਚ ਦੋ ਚੀਜ਼ਾਂ ਚੱਲਦੀਆਂ ਨੇ ਪੈਰਲਲ, ਨੇਕੀ ਅਤੇ ਬਦੀ। ਬਸ ਲੜਾਈ ਨੇਕੀ ਬਦੀ ਦੀ ਹੈ। ਦੋ ਚੀਜ਼ਾਂ ਨੇ, ਦੋ ਹੀ ਧਰਮ ਨੇ, ਨੇਕੀ ਅਤੇ ਬਦੀ, ਪਾਪ ਅਤੇ ਪੁੰਨ। ਹਾਂਜੀ। ਕਹਾਂ ਕਰਹਿ ਨਹਿ ਜਾਨੀ ਜਾਏ। ਸੰਗਤਾਂ ਕਹਿੰਦੀਆਂ ਗੁਰੂ ਸਾਹਿਬ ਦੇ ਚੋਜ ਬੜੇ ਨਿਆਰੇ ਆ, ਪਤਾ ਨਹੀਂ ਮਾਲਕ ਕੀ ਕਰਨਗੇ, ਕੋਈ ਜਾਣ ਨਹੀਂ ਜਾ ਸਕਦੀ ਗੱਲ। ਇਤਿਆਦਿਕ ਸਭ ਵਿਖੈ ਬ੍ਰਿਤਾਂਤ। ਇਸ ਤਰ੍ਹਾਂ ਗੁਰੂ ਦੀਆਂ ਸੰਗਤਾਂ ਦੀ ਚਰਚਾ ਚੱਲ ਪਈ, ਬਿਰਤਾਂਤ ਚੱਲ ਪਏ ਬਈ ਇਹ ਕੀ ਭਾਣਾ ਵਰਤ ਰਿਹਾ ਗੁਰੂ ਘਰ ਦੇ ਵਿੱਚ। ਕਹੈ ਸੁਨੈ ਬਹੁ ਸਿੱਖ ਮਿਲੰਤ। ਜਿੱਥੇ ਗੁਰੂ ਦੇ ਸਿੱਖ ਮਿਲਦੇ ਨੇ, ਜਿੱਥੇ ਗੁਰੂ ਦੇ ਸਿੱਖ ਇਕੱਠੇ ਹੁੰਦੇ ਨੇ, ਉੱਥੇ ਹੀ ਇਹ ਚਰਚਾ ਹੋ ਰਹੀ ਹੈ। ਧੀਰਮਲ ਐਮ ਲਖ ਅਪਮਾਨਾ। ਬਾਬਾ ਧੀਰਮਲ ਦਾ ਬੜਾ ਅਪਮਾਨ ਹੋ ਗਿਆ। ਜਦੋਂ ਬਾਂਹ ਫੜ ਕੇ ਗੱਦੀ ਤੋਂ ਉਠਾਤਾ ਭਰੇ ਦੀਵਾਨ ਵਿੱਚ, ਅਤੇ ਉਹਦੇ 5-7 ਜਿਹੜੇ ਨਾਲ ਦੇ ਸਾਥੀ ਸੀਗੇ, ਉਹਨਾਂ ਦੀ ਥੋੜ੍ਹੀ ਜਿਹੀ ਸਿੱਖਾਂ ਨੇ ਸੇਵਾ ਵੀ ਕਰਤੀ ਇੱਕ ਦੋਹਾਂ ਦੀ। ਉਹ ਫਿਰ ਜਦੋਂ ਇੰਨੀ ਕੁ ਬੇਇੱਜ਼ਤੀ ਹੋ ਗਈ ਵੀ ਧੀਰਮਲ ਹੁਣ ਕੀਰਤਪੁਰ 'ਚ ਖਲੋਣ ਜੋਗਾ ਨਹੀਂ ਰਿਹਾ। ਚਿੰਤਾ ਸਲਤਾ ਬਹਿਓ ਮਹਾਨਾ। ਸ੍ਰੀ ਕੀਰਤਪੁਰ ਸਾਹਿਬ ਤੋਂ ਨਿਕਲ ਗਿਆ, ਚਿੰਤਾ ਦੀ ਨਦੀ 'ਚ ਡੋਬੇ ਖਾਣ ਲੱਗਾ, ਗੋਤੇ ਖਾਈ ਜਾਂਦਾ। ਚਿੰਤਾ ਬਹੁਤ ਹੋ ਗਈ ਹੈ। ਨਹਿ ਅੰਤਰ ਪੁਨ ਪ੍ਰਵਿਸ਼ਿਓ ਆਏ। ਫਿਰ ਕੀਰਤਪੁਰ ਸਾਹਿਬ ਨਗਰ ਦੇ ਵਿੱਚ ਨਹੀਂ ਵੜਿਆ। ਵਹਿਰ ਜਾਏ ਹੈ ਲੀਨ ਮੰਗਾਏ। ਬਾਹਰ ਜਾ ਕੇ ਆਪਣੇ ਘੋੜੇ ਮੰਗਾ ਲਏ। ਆਪਣੇ ਬੰਦਿਆਂ ਨੂੰ ਕਿਹਾ ਵੀ ਸਾਡੇ ਘੋੜੇ ਇੱਥੇ ਹੀ ਲੈ ਆਓ। ਉਹ ਨੌਕਰ ਜਿਹੜੇ ਸੀ ਉਹਦੇ ਨਾਲ 10-20 ਬੰਦੇ ਹੁੰਦੇ ਹੀ ਸੀ, ਧੀਰਮਲ ਦੇ ਵੀ ਚਮਚੇ ਸਨ। ਉਹ ਗਏ, ਧੀਰਮਲ ਦਾ ਘੋੜਾ ਲੈਣ ਦਾ ਉਹਦੇ ਸਾਥੀਆਂ ਨੇ ਆਪਣੇ ਘੋੜੇ ਖੋਲ ਲਏ। ਛੱਡ ਏਕਲ ਹੀ ਤੁਰਤ ਪਿਆਨਾ। ਤੇ ਧੀਰਮਲ ਘੋੜੇ ਤੇ ਚੜ੍ਹ ਕੇ ਤੁਰਤ ਕਰਤਾਰਪੁਰ ਨੂੰ ਤੁਰ ਪਿਆ। ਖਰੋ ਜਾਏ ਕੋਸਕ ਇੱਕ ਥਾਨਾ। ਤੇ ਕੀਰਤਪੁਰ ਸਾਹਿਬ ਤੋਂ ਕੋਕ ਅੱਗੇ ਜਾ ਕੇ ਖਲੋ ਗਿਆ ਇਕੱਲਾ ਹੀ। ਸਰਬ ਸਮਾਜ ਹਕਾਰਨ ਕੀਨ। ਫਿਰ ਕਹਿਣ ਲੱਗਾ ਜਾਓ ਸਾਰੇ ਬੰਦੇ ਆਪਣੇ ਲੈ ਆਓ, ਆਪਾਂ ਨਹੀਂ ਵੜਨਾ ਹੁਣ ਕੀਰਤਪੁਰ, ਆਪਣਾ ਇੱਥੇ ਕੌਣ ਹੈ, ਸਾਡਾ ਇੱਥੇ ਕੋਈ ਨਹੀਂ। ਬੜੇ ਗੁੱਸੇ ਵਿੱਚ, ਬੜੀ ਅੱਗ ਲੱਗੀ
ਅੱਗ ਬਬੂਲਾ ਹੋਇਆ ਧੀਰਮਲ ਆਪਣੇ ਸਾਥੀਆਂ ਨੂੰ ਕਹਿੰਦਾ ਜਾਓ ਛੇਤੀ ਸਾਰਾ ਸਮਾਨ ਆਪਣੇ ਗੱਡੇ ਰੇੜੇ ਜੋ ਕੁਛ ਵੀ ਲੈ ਆਓ। ਪਛਤਾਵਤ ਤਹ ਮੇਲ ਸੁਲੀਨ। ਤੇ ਉੱਥੇ ਖਲੋ ਕੇ ਇਹਨਾਂ ਨੇ ਆਪਣੇ ਮੇਲੀਆਂ ਨੂੰ ਸਾਰਿਆਂ ਨੂੰ ਬੁਲਾ ਲਿਆ। ਇਹ ਸਾਰੇ ਕਰਤਾਰਪੁਰ ਵਾਲੇ ਇਕੱਠੇ ਹੋ ਗਏ। ਦੁਖੀ ਹੋਏ ਭਾਸਲਤਾ ਪਾਰ। ਬੜਾ ਦੁਖੀ ਹੋਇਆ ਧੀਰਮਲ ਦਰਿਆ ਸਤਲੁਜ ਤੋਂ ਪਾਰ ਲੰਘਿਆ। ਗਿਣਤੀ ਅਨਗਨ ਮਨ ਹਮਜਾਰ। ਮਨ ਦੇ ਵਿੱਚ ਬੜੀਆਂ ਗਿਣਤੀਆਂ ਸੋਚਾਂ ਸੋਚਦਾ ਹੈ ਵੀ ਮੇਰੀ ਗੱਲ ਬਣੀ ਨਹੀਂ, ਦਾਦਾ ਜੀ ਨੇ ਮੇਰੇ ਨਾਲ ਬਹੁਤ ਮਾੜੀ ਕੀਤੀ ਹੈ। ਹਾਂਜੀ, ਮੈਂ ਜਨਨੀ ਭਾਖੇ ਚੱਲ ਆਇਓ। ਮੈਂ ਆਪਣੀ ਮਾਂ ਦਾ ਕਿਹਾ ਮੰਨ ਕੇ ਆ ਗਿਆ। ਮੈਂ ਤਾਂ ਮਾਂ ਦੀ ਗੱਲ ਮੰਨ ਬੈਠਾ। ਮਾਂ ਕਹਿੰਦੀ ਸੀ ਵੀ ਦਾਦਾ ਜੀ ਨੇ ਸੱਦਿਆ ਚੱਲ, ਤੇ ਮੈਂ ਮਾਂ ਦੇ ਆਖੇ ਲੱਗ ਕੇ ਇੱਥੇ ਆ ਗਿਆ ਤੇ ਬੇਇੱਜ਼ਤੀ ਕਰਾ ਬੈਠਾ ਹਾਂ। ਜਿਸ ਤੇ ਮਹਾ ਅਨਾਦਰ ਪਾਇਓ। ਇੱਥੇ ਆ ਕੇ ਮੇਰੀ ਇੱਜ਼ਤ ਬਹੁਤ ਖਰਾਬ ਹੋਈ, ਮਿੱਟੀ 'ਚ ਮਿਲ ਗਈ। ਮੇਰੀ ਇੰਨੀ ਬੇਇੱਜ਼ਤੀ ਹੋਈ ਆ, ਮੈਨੂੰ ਇਹਨਾਂ ਨੇ ਧੱਕੇ ਮਾਰੇ ਹਨ। ਪੂਰਬ ਕੋ ਜਾਣਤ ਕੋ ਨਾਹੀ। ਕਹਿੰਦੇ ਪਹਿਲਾਂ ਕੋਈ ਜਾਣਦਾ ਨਹੀਂ ਸੀ। ਭਇਓ ਕੋ ਜਸ ਅਬ ਸਭ ਦਿਸ਼ ਮਾਹੀ। ਹੁਣ ਤਾਂ ਗੱਲ ਪ੍ਰਗਟ ਹੋ ਗਈ ਹੈ। ਜੇ ਮੈਂ ਉੱਥੇ ਕਰਤਾਰਪੁਰ ਰਹਿੰਦਾ ਕਿਸੇ ਨੂੰ ਕੀ ਪਤਾ ਲੱਗਣਾ ਸੀ ਵੀ ਦਾਦੇ ਪੋਤੇ 'ਚ ਬਹੁਤੀ ਬਣਦੀ ਹੈ ਕਿ ਨਹੀਂ ਬਣਦੀ। ਪਰ ਹੁਣ ਤੇ ਬੱਚੇ ਬੱਚੇ ਨੂੰ ਪਤਾ ਲੱਗਣਾ। ਹੁਣ ਜਿੱਥੇ ਜਿੱਥੇ ਸੰਗਤਾਂ ਜਾਣਗੀਆਂ ਇਹੀ ਗੱਲਾਂ ਕਰਨਗੇ ਲੋਕ ਵੀ ਧੀਰਮਲ ਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਧੱਕੇ ਮਾਰ ਕੇ ਕੱਢਿਆ। ਹੁਣ ਮੇਰੀ ਬੇਇੱਜ਼ਤੀ ਜ਼ਿਆਦਾ ਹੋਏਗੀ। ਦੂਰ ਦੂਰ ਕੇ ਹੁਤੇ ਮਸੰਦ। ਕਿਉਂਕਿ ਦੂਰ ਦੂਰ ਦੇ ਮਸੰਦ ਸੰਗਤਾਂ ਲੈ ਕੇ ਦੇਸਾਂ ਪ੍ਰਦੇਸਾਂ ਚੋਂ ਕੀਰਤਪੁਰ ਆਏ ਹੋਏ ਸਨ। ਸੰਗ ਸੰਗਤਾਂ ਜਿਨ ਕੇ ਬ੍ਰਿੰਦ। ਨਾਲ ਬਹੁਤ ਸਾਰੀਆਂ ਸੰਗਤਾਂ ਆਈਆਂ ਸਨ। ਭਾਤਰਸਕਾਰ ਸਕਲ ਕੇ ਨੇ ਜਾਨਾ। ਹੁਣ ਸਾਰਿਆਂ ਵਿੱਚ ਮੇਰੀ ਬੇਇੱਜ਼ਤੀ ਹੋਈ ਹੈ, ਮੇਰਾ ਤਿਰਸਕਾਰ ਹੋਇਆ ਹੈ। ਬਿਗੜ ਗਇਓ ਮਮ ਕਾਜ ਮਹਾਨਾ। ਮੇਰਾ ਬੜਾ ਵੱਡਾ ਕੰਮ, ਇੱਜ਼ਤ ਮਾਣ ਸਤਿਕਾਰ ਜਿਹੜੀ ਬਣੀ ਹੋਈ ਸੀ ਉਹ ਕੰਮ ਵਿਗੜ ਗਿਆ ਹੈ। ਜਿਸ ਤੇ ਪੂਜਾ ਹੋਏ ਨ ਮੇਰੀ। ਹੁਣ ਮੇਰੀ ਪੂਜਾ ਪਤਾ ਨਹੀਂ ਹੋਵੇ ਕਿ ਨਾ ਹੋਵੇ। ਇਸ ਬੇਇੱਜ਼ਤੀ ਕਰਕੇ ਹੁਣ ਮੇਰੀ ਪੂਜਾ ਕਿਹਨੇ ਕਰਨੀ ਹੈ? ਹੁਣ ਮੈਨੂੰ ਕਿਸ ਨੇ ਮੰਨਣਾ ਹੈ? ਲੋਕ ਕਹਿਣਗੇ ਇਹਨੂੰ ਤਾਂ ਕਰਤਾ ਕੀਰਤਪੁਰੋਂ ਧੱਕੇ ਮਾਰ ਕੇ ਕੱਢਿਆ ਸੀ। ਦਿਓ ਨਕਾਰ ਕਹੈ ਇਸ ਬੇਰੀ। ਸਾਰੇ ਕਹਿਣਗੇ ਇਹਨੂੰ ਕੱਢ ਦਿੱਤਾ ਸੀ ਗੁਰੂ ਛੇਵੇਂ ਪਾਤਸ਼ਾਹ ਜੀ ਨੇ। ਇਤਿਆਦਿਕ ਤਿਸ ਕੋ ਪਛਤਾਵਾ। ਇਸ ਤਰ੍ਹਾਂ ਸਾਧ ਸੰਗਤ ਜੀ ਧੀਰਮਲ ਨੂੰ ਪਛਤਾਵਾ ਹੋ ਰਿਹਾ ਕੀਰਤਪੁਰ ਸਾਹਿਬ ਆਉਣ ਦਾ। ਕਹੋ ਕਹਾਂ ਲਗ ਜੋ ਦੁਖ ਪਾਵਾ। ਕਵੀ ਜੀ ਕਹਿੰਦੇ ਜਿੰਨਾ ਕੁ ਦੁਖੀ ਧੀਰਮਲ ਹੈ, ਜਿੰਨੀ ਕੁ ਬੇਇੱਜ਼ਤੀ ਮਹਿਸੂਸ ਕਰ ਰਿਹਾ, ਕਿੱਥੋਂ ਤੱਕ ਵਰਣਨ ਕਰੀਏ। ਉਹਦੇ ਅੰਦਰ ਪਾਣੀ ਦਾ ਘੁੱਟ ਵੀ ਨਹੀਂ ਲੰਘਦਾ, ਇੰਨਾ ਦੁਖੀ ਹੈ। ਹਿਰਦੈ ਬਸੂਰਤ ਪੁਰ ਕਰਤਾਰ। ਇਹ ਤਾਂ ਝੂਰਦਾ ਹੋਇਆ ਕੀਰਤਪੁਰ ਸਾਹਿਬ ਤੋਂ ਤੁਰਿਆ, ਦਰਿਆ ਸਤਲੁਜ ਪਾਰ ਕੀਤਾ ਤੇ ਸਾਧ ਸੰਗਤ ਜੀ ਕਰਤਾਰਪੁਰ ਸਾਹਿਬ ਜਲੰਧਰ ਜਾ ਪੜਿਆ। ਬਹਿਓ ਜਾਏ ਬਹੁ ਚਿੰਤ ਮਝਾਰ। ਤੇ ਧੀਰਮਲ ਚਿੰਤਾ ਦੀ ਨਦੀ ਵਿੱਚ ਹੀ ਰੁੜੀ ਜਾਂਦਾ। ਉਹ ਤਾਂ ਬਸ ਇੱਕ ਸਕਿੰਟ ਵੀ ਉਹਦੇ ਦਿਮਾਗ 'ਚੋਂ ਗੱਲ ਨਿਕਲੀ ਨਹੀਂ। ਹਰ ਵੇਲੇ ਦਿਨੇ ਰਾਤੀ ਮੰਜੇ ਤੇ ਪਏ ਨੂੰ ਵੀ ਉਹੀ ਗੱਲਾਂ ਹੀ ਯਾਦ ਆਉਂਦੀਆਂ ਹਨ। ਕੀਰਤਪੁਰ ਮਹਿ ਲੱਖ ਉਦਾਸ। ਕਹਿੰਦਾ ਕੀਰਤਪੁਰ 'ਚ ਲੱਖਾਂ ਸਿੱਖ ਗੁਰੂ ਦੇ ਆਏ ਸੀ। ਸੰਗ ਮਸੰਦ ਸੰਗਤਾਂ ਰਾਸ। ਸੰਗਤਾਂ ਬਹੁਤ ਆਈਆਂ ਸੀ, ਮਸੰਦ ਆਏ ਸੀ ਦੇਸਾਂ ਤੋਂ ਪ੍ਰਦੇਸਾਂ ਤੋਂ, ਹਰ ਇਲਾਕੇ ਤੋਂ ਗੁਰੂ ਦੀ ਸੰਗਤ ਆਈ ਸੀ ਕੀਰਤਪੁਰ ਸਾਹਿਬ। ਧੀਰਮਲ ਕੋ ਕਪਟ ਕੂਟਾਲੀ। ਜਿਹੜਾ ਧੀਰਮਲ ਦਾ ਕਪਟ ਸੀ ਨਾ, ਉਹ ਸਾਰੀਆਂ ਸੰਗਤਾਂ 'ਚ ਜ਼ਾਹਰ ਹੋ ਗਿਆ। ਜੇ ਕਰਤਾਰਪੁਰ ਰਹਿੰਦਾ, ਕੀਰਤਪੁਰ ਨਾ ਆਉਂਦਾ, ਉਹਦਾ ਕਪਟ ਜ਼ਾਹਰ ਨਹੀਂ ਸੀ ਹੋਣਾ। ਵਾਹਿਗੁਰੂ ਜੋ ਕਰਦਾ ਉਹ ਚੰਗਾ ਹੀ ਕਰਦਾ। ਛੇਵੇਂ ਪਾਤਸ਼ਾਹ ਨੇ ਉਹਨੂੰ ਪਤਾ ਨਹੀਂ ਇਸੇ ਕਰਕੇ ਹੀ ਬੁਲਾਇਆ ਹੋਵੇਗਾ ਵੀ ਜਦੋਂ ਇੱਥੇ ਆਵੇਗਾ ਉਹਦਾ ਕਪਟ ਜ਼ਾਹਰ ਹੋ ਜਾਏਗਾ, ਸੰਗਤਾਂ ਨੂੰ ਭੁਲੇਖਾ ਨਹੀਂ ਰਹੇਗਾ। ਸੋ ਇਸ ਤਰ੍ਹਾਂ ਇਹ ਧੀਰਮਲ ਦਾ ਕਪਟ ਜਿਹੜਾ ਸੀ ਗੁਰੂ ਪਰਮੇਸ਼ਰ ਨੇ ਆਪ ਹੀ ਜ਼ਾਹਰ ਕਰ ਦਿੱਤਾ। ਸਭ ਮਹਿ ਬੇਦਤੀ ਕੇ ਜੋ ਕਚਾਲੀ। ਸੰਗਤਾਂ ਕੀਰਤਪੁਰ ਸਾਹਿਬ 'ਚ ਹਜ਼ਾਰਾਂ ਆਈਆਂ ਹੋਈਆਂ।
ਸਾਰੀਆਂ ਸੰਗਤਾਂ ਦੇ ਵਿੱਚ ਧੀਰਮਲ ਦੀ ਕੁਚਾਲ ਦਾ, ਧੀਰਮਲ ਦੀ ਕਰਤੂਤ ਦਾ ਜ਼ਿਕਰ ਹੁੰਦਾ ਹੈ। ਤੀਨਹੁ ਸਤਿਗੁਰ ਕੈ ਸੁਤ ਧੀਰ। ਸੰਗਤਾਂ ਸੋਚਦੀਆਂ ਕਿ ਗੁਰੂ ਮਹਾਰਾਜ ਦੇ 3 ਸਾਹਿਬਜ਼ਾਦੇ, ਬਾਬਾ ਸੂਰਜਮਲ ਜੀ, ਬਾਬਾ ਅਣੀ ਰਾਏ ਜੀ ਤੇ ਬਾਬਾ ਤੇਗ ਬਹਾਦਰ ਜੀ, ਗੁਣ ਗਨ ਸਹਿਤ ਸੁਲਾਏ ਕਬੀਰ। ਤਿੰਨੇ ਹੀ ਸਿਆਣੇ ਹਨ, ਗੁਣਾਂ ਦੇ ਖਜ਼ਾਨੇ ਹਨ, ਸੂਰਬੀਰ ਹਨ, ਯੋਧੇ ਹਨ, ਦਰਸ਼ਨੀ ਜਵਾਨ ਹਨ। ਸਭ ਸ੍ਰੀ ਗੁਰ ਕੀ ਦਿਸ਼ਾ ਨਿਹਾਰੈ। ਤੇ ਸਾਰੀਆਂ ਸੰਗਤਾਂ ਗੁਰੂ ਸਾਹਿਬ ਵੱਲ ਦੇਖ ਰਹੀਆਂ ਹਨ। ਸੇਵਾ ਬਿਖੈ ਨਮਰਤਾ ਧਾਰੈ। ਇਹ ਜਿਹੜੇ ਤਿੰਨੇ ਪੁੱਤਰ ਨੇ ਇਹ ਗੁਰੂ ਦਾ ਹੁਕਮ ਮੰਨਣ ਵਾਲੇ ਹਨ, ਸੇਵਾ ਕਰਦੇ ਨੇ ਤੇ ਨਿਮਰਤਾ ਨਾਲ ਕਰਦੇ ਨੇ। ਬਾਬਾ ਸੂਰਜਮਲ ਜੀ ਕਾਰ ਮੁਖਤਿਆਰੀ ਗੁਰੂ ਘਰ ਦੀ ਸਾਰੀ ਸਾਂਭੀ ਹੋਈ, ਲੱਖਾਂ ਸੰਗਤਾਂ ਆਉਂਦੀਆਂ ਨੇ, ਉਹਨਾਂ ਦੇ ਲੰਗਰ ਦਾ ਬੰਦੋਬਸਤ, ਰਿਹਾਇਸ਼ ਦਾ ਬੰਦੋਬਸਤ, ਸੰਗਤਾਂ ਨੂੰ ਸਰੋਪੇ ਦੇਣੇ ਹਨ, ਗੁਰੂ ਦੀ ਫੌਜ ਦੇ ਘੋੜਿਆਂ ਦੇ ਘਾਹ ਪੱਠੇ ਦਾ ਦਾਣੇ ਦਾ ਬੰਦੋਬਸਤ ਕਰਨਾ ਹੈ, ਗੁਰੂ ਘਰ ਦੀਆਂ ਬਿਲਡਿੰਗਾਂ, ਗੁਰੂ ਘਰ ਦੀ ਆਮਦਨ, ਗੁਰੂ ਘਰ ਦਾ ਖਰਚਾ। ਇਹ ਬਹੁਤ ਵੱਡੀ ਜ਼ਿੰਮੇਵਾਰੀ ਹੈ ਜਿਹੜੀ ਬਾਬਾ ਸੂਰਜਮਲ ਜੀ ਸਾਂਭਦੇ ਹਨ। ਬਾਬਾ ਅਣੀ ਰਾਏ ਜੀ ਆਪਣੀ ਮਸਤੀ 'ਚ ਰਹਿੰਦੇ ਹਨ ਤੇ ਸ੍ਰੀ ਤੇਗ ਬਹਾਦਰ ਸਾਹਿਬ ਜੀ ਨਾਮ ਰੰਗ ਵਿੱਚ ਬਿਰੰਗੇ ਹੋਏ ਬੈਰਾਗ ਦੀ ਮੂਰਤੀ ਹਨ, ਪਰ ਗੁਰੂ ਦਾ ਹੁਕਮ ਉਹ ਵੀ ਮੰਨਦੇ ਹਨ। ਇਸ ਤਰ੍ਹਾਂ ਇਹਨਾਂ ਤਿੰਨਾਂ ਪੁੱਤਰਾਂ ਦੀ ਅਵਸਥਾ ਹੈ। ਦੇਖਹਿ ਗੁਰੂ ਕਹਾਂ ਕ੍ਰਿਤ ਕਰੈ। ਤੇ ਇਹ ਤਿੰਨੇ ਪੁੱਤਰ ਦੇਖਦੇ ਆ ਵੀ ਗੁਰੂ ਸਾਹਿਬ ਦਾ ਕੀ ਹੁਕਮ ਹੁੰਦਾ, ਕੀ ਮਹਾਰਾਜ ਕਰਨਗੇ। ਹਿਰਦੈ ਪ੍ਰਤੀਖਤ ਸੰਸੈ ਧਰੈ। ਤੇ ਸੰਗਤਾਂ ਇਸ ਗੱਲ ਦੀ ਉਡੀਕ ਕਰ ਰਹੀਆਂ ਨੇ ਵੀ ਗੁਰੂ ਸਾਹਿਬ ਨੇ ਹੁਣ ਪਤਾ ਨਹੀਂ ਕੀ ਡਿਸੀਜਨ ਲੈਣਾ ਹੈ। ਤਿੰਨਾਂ ਪੁੱਤਰਾਂ ਚੋਂ ਗੁਰਿਆਈ ਗੱਦੀ ਕਿਸ ਨੂੰ ਦੇਣਗੇ ਗੁਰੂ ਸਾਹਿਬ ਜੀ। ਸਤਿਗੁਰ ਕੋ ਦੁਖ ਜਾਣਿਓ ਪਰੈ। ਫਿਰ ਸੰਗਤਾਂ ਅੰਦਾਜ਼ਾ ਲਾਉਂਦੀਆਂ ਨੇ, ਸੰਗਤਾਂ ਸੋਚਦੀਆਂ ਨੇ ਵੀ ਸਤਿਗੁਰਾਂ ਦਾ ਜੋ ਧਿਆਨ ਹੈ, ਸਤਿਗੁਰਾਂ ਦਾ ਜੋ ਰੁੱਖ ਜਾਪਦਾ ਹੈ, ਲਗ ਪੋਤਰੇ ਪਰ ਕਰਨਾ ਢਰੈ। ਛੋਟੇ ਪੋਤਰੇ ਹਰ ਰਾਏ ਤੇ ਜ਼ਿਆਦਾ ਕਿਰਪਾ ਹੋ ਰਹੀ ਹੈ। ਮਹਾਰਾਜ ਜ਼ਿਆਦਾ ਧਿਆਨ ਆਪਣੇ ਛੋਟੇ ਪੋਤਰੇ ਹਰ ਰਾਏ ਦਾ ਕਰਦੇ ਹਨ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਇਹ ਵੱਡ ਢੀਠ ਆਪ ਗੁਰ ਬਨਿਓ। ਇਹ ਜਿਹੜਾ ਵੱਡਾ ਪੋਤਰਾ ਹੈ ਇਹ ਬੜਾ ਢੀਠ ਨਿਕਲਿਆ, ਧੀਰਮਲ ਆਪ ਹੀ ਗੁਰੂ ਬਣ ਕੇ ਬਹਿ ਗਿਆ ਹੈ। ਬਹੁਰ ਨਿਕਟ ਕੁਛ ਨਾਹਿ ਨ ਗਿਨਿਓ। ਇਹਨੇ ਇਹ ਵਿਚਾਰ ਹੀ ਨਹੀਂ ਕੀਤੀ ਵੀ ਗੁਰੂ ਸਾਹਿਬ ਜੇ ਬੈਠੇ ਨੇ, ਉਹਨਾਂ ਦੇ ਹੁੰਦਿਆਂ ਸੌਂਦਿਆਂ ਆਪਣੀ ਗੱਦੀ ਲਾ ਕੇ ਮੱਥੇ ਟਿਕਾਣੇ, ਇਹ ਤਾਂ ਬਹੁਤ ਵੱਡੀ ਗੁਸਤਾਖੀ ਕੀਤੀ ਹੈ ਧੀਰਮਲ ਨੇ। ਪ੍ਰਿਥੀਏ ਸਮ ਅਬ ਭਇਓ ਨਿਰਾਲਾ। ਜਿਵੇਂ ਬਾਬਾ ਪ੍ਰਿਥੀ ਚੰਦ ਗੁਰੂ ਰਾਮਦਾਸ ਮਹਾਰਾਜ ਦਾ ਹੁਕਮ ਨਹੀਂ ਸੀ ਮੰਨਿਆ ਤੇ ਗੁਰੂ ਅਰਜਨ ਦੇਵ ਜੀ ਨੂੰ ਮੱਥਾ ਨਹੀਂ ਸੀ ਟੇਕਿਆ, ਸਾਰੀ ਉਮਰ ਗੁਰੂ ਅਰਜਨ ਦੇਵ ਜੀ ਨਾਲ ਈਰਖਾ ਕਰਦਾ ਰਿਹਾ ਸੀ ਪ੍ਰਿਥੀਆ, ਇਸੇ ਤਰ੍ਹਾਂ ਧੀਰਮਲ ਵੀ ਵੱਖਰਾ ਹੋ ਗਿਆ ਹੈ। ਰਹਿਓ ਨ ਮੇਲ ਗੁਰੂ ਘਰ ਨਾਲ। ਇਹਦਾ ਗੁਰੂ ਘਰ ਨਾਲ ਪ੍ਰੇਮ ਨਹੀਂ ਰਿਹਾ, ਗੁਰੂ ਘਰ ਦੇ ਨਾਲ ਮੇਲ ਨਹੀਂ ਰਿਹਾ। ਜਿਵੇਂ ਪ੍ਰਿਥੀ ਚੰਦ ਨੇ ਆਪਣਾ ਵੱਖਰਾ ਡੇਰਾ ਚਲਾਇਆ, ਵੱਖਰੀ ਗੱਦੀ ਚਲਾਈ, ਬਾਅਦ ਵਿੱਚ ਉਹਦੇ ਪੁੱਤਰ ਪੋਤਰੇ ਪੜਪੋਤਰੇ ਹਰਿਮੰਦਰ ਸਾਹਿਬ 'ਤੇ ਵੀ ਕਈ ਸਾਲ ਕਬਜ਼ਾ ਕਰਕੇ ਬੈਠੇ ਰਹੇ। ਗੁਰੂ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਵੀ ਗਏ ਸੀ ਤੇ ਮੱਥਾ ਨਹੀਂ ਸੀ ਟੇਕਣ ਦਿੱਤਾ। ਤੇ ਬਾਅਦ ਵਿੱਚ ਜਦੋਂ ਇਹਨਾਂ ਕੋਲੋਂ ਪ੍ਰਬੰਧ ਨਹੀਂ ਸੰਭਾਲਿਆ ਗਿਆ ਸੀ ਤੇ ਫਿਰ ਸਾਧ ਸੰਗਤ ਜੀ ਛੱਡ ਆਏ ਸਨ, ਤਾਂ ਫਿਰ ਮਹਾਰਾਜ ਸਾਹਿਬ ਕਲਗੀਧਰ ਪਿਤਾ ਜੀ ਨੇ ਭਾਈ ਮਨੀ ਸਿੰਘ ਜੀ ਨੂੰ 5 ਸਿੰਘ ਦੇ ਕੇ ਭੇਜਿਆ ਸੀ, ਦਰਬਾਰ ਸਾਹਿਬ ਦਾ ਬੰਦੋਬਸਤ ਸਾਂਭਿਆ ਸੀ। ਸੋ ਉਹ ਬਾਬੇ ਪ੍ਰਿਥੀ ਚੰਦ ਨੇ ਜਿਵੇਂ ਸਾਰੀ ਉਮਰ ਗੁਰੂ ਅਰਜਨ ਦੇਵ ਜੀ ਦੀ ਵਿਰੋਧਤਾ ਕੀਤੀ ਤੇ ਆਪਣਾ ਵੱਖਰਾ ਪੰਥ ਚਲਾਇਆ, ਇੱਦਾਂ ਧੀਰਮਲ ਵੀ ਜਾਪਦਾ ਹੈ ਵੱਖਰੀ ਸੰਪਰਦਾ ਤੋਰੇਗਾ। ਜਾਨੀ ਪਰ ਬਿਗਾਰ ਉਠੈ ਹੈ। ਜਾਪਦਾ ਹੈ, ਲੱਗਦਾ ਹੈ ਵੀ ਇਹ ਸਾਰੀ ਉਮਰ ਗੁਰੂ ਘਰ ਨਾਲ ਵਿਗਾੜ ਕਰੇਗਾ। ਇਹਦੇ ਲੱਛਣ ਦੱਸ ਰਹੇ ਨੇ। ਅਜੇ ਤੇ ਬੱਚਾ ਹੈ,
15-16 ਸਾਲ ਦਾ ਹੈ ਤੇ ਇੰਨਾ ਕੁਝ ਕਰਦਾ, ਜਦੋਂ ਹੋਰ ਅੱਗੇ ਵੱਡਾ ਹੋਵੇਗਾ ਇਹ ਬੜੇ ਬਖਾਦ ਖੜੇ ਕਰੇਗਾ। ਗੁਰ ਸੰਗ ਦ્વੈਤ ਅਦਕ ਉਪਜੈ ਹੈ। ਇਹ ਗੁਰੂ ਮਹਾਰਾਜ ਨਾਲ, ਗੁਰੂ ਨਾਨਕ ਸਾਹਿਬ ਦੀ ਗੱਦੀ ਨਾਲ ਈਰਖਾ ਕਰੇਗਾ। ਗੁਰੂ ਹਰਗੋਬਿੰਦ ਸਾਹਿਬ ਨਾਲ ਤਾਂ ਕਰ ਹੀ ਰਿਹਾ, ਆਪਣੇ ਦਾਦਾ ਜੀ ਨਾਲ। ਜੇ ਗੁਰੂ ਸਾਹਿਬ ਕਿਸੇ ਨੂੰ ਗੱਦੀ ਦੇਣਗੇ ਉਹਦੇ ਨਾਲ ਵੀ ਧੀਰ ਮਲ ਘੱਟ ਨਹੀਂ ਗੁਜ਼ਾਰੇਗਾ। ਤੁਰਕਨ ਸੋ ਮੇਲੀ ਬਹੁ ਬਨਿਓ। ਨਾਲੇ ਧੀਰ ਮਲ ਦੀ ਤੁਰਕਾਂ ਨਾਲ ਬਹਿਣ ਉੱਠਣ ਹੈ। ਤੁਰਕ ਚਾਹੁੰਦੇ ਨੇ ਵੀ ਗੁਰੂ ਘਰ ਦੇ ਵਿੱਚ ਫੁੱਟ ਪਈ ਰਵੇ, ਬਖੇੜਾ ਬਣਿਆ ਰਵੇ, ਤੇ ਇਹ ਤੁਰਕਾਂ ਦੀ ਚਾਲ ਵਿੱਚ ਆ ਗਿਆ ਹੈ, ਤੁਰਕਾਂ ਦਾ ਮੇਲੀ ਬਣ ਗਿਆ ਹੈ। ਪਦ ਊਚੋ ਸੋ ਮਨੋਰਥ ਹਨਿਓ। ਕਹਿੰਦੇ ਉੱਚੀ ਪਦਵੀ ਲੈਣੀ ਚਾਹੁੰਦਾ ਹੈ, ਮਾੜੇ ਮਨੋਰਥ ਕਰਦਾ, ਪਰ ਉੱਚੀ ਪਦਵੀ ਤਾਂ ਸ਼ੁਭ ਮਨੋਰਥਾਂ ਨਾਲ ਮਿਲਦੀ ਹੈ। ਕਾਕ ਅਟਾਰੀ ਪਰਬ ਹੈ, ਪਰ ਕਿਆ ਖਗਪਤ ਹੋਏ। ਕਹਿੰਦੇ ਕਾਂ ਅਟਾਰੀ ਤੇ ਬਹਿ ਜਾਵੇ ਤਾਂ ਗਰੜ ਨਹੀਂ ਬਣ ਜਾਂਦਾ, ਕਾਂ ਹੀ ਰਹਿੰਦਾ। ਜੇ ਕੋਈ ਜ਼ਬਰਦਸਤੀ ਬਾਦਸ਼ਾਹਾਂ ਦੀ, ਰਾਜਿਆਂ ਮਹਾਰਾਜਿਆਂ ਦੀ ਮਦਦ ਲੈ ਕੇ ਗੱਦੀਆਂ ਲਾ ਕੇ ਬੈਠ ਵੀ ਜਾਵੇ ਤਾਂ ਵੀ ਉਹ ਗੁਰੂ ਸਾਹਿਬ ਦੀ ਰੀਸ ਨਹੀਂ ਕਰ ਸਕਦਾ। ਇਤਿਆਦਿਕ ਬਹੁ ਆਪਸ ਮਾਹੀ। ਇਤਿਆਦਿਕ ਬਚਨ ਗੁਰੂ ਕੇ ਸਿੱਖ ਆਪਸ ਵਿੱਚ ਕਰਦੇ ਹਨ। ਸਿੱਖ ਮਸੰਦ ਕਹੈ ਧਿਕ ਤਾਹੀ। ਸਿੱਖ ਵੀ ਤੇ ਮਸੰਦ ਵੀ ਕਹਿੰਦੇ ਆ ਵੀ ਧੀਰ ਮਲ ਨੇ ਚੰਗਾ ਕੰਮ ਨਹੀਂ ਕੀਤਾ, ਉਹਨੇ ਬੜਾ ਹੀ ਅਪਜਸ ਖੱਟ ਲਿਆ ਹੈ, ਇਹੋ ਜਿਹੀ ਕਰਤੂਤ ਕੀਤੀ ਹੈ ਜਿਸ ਨੂੰ ਧ੍ਰਿਗ ਕਹਿਣਾ ਬਣਦਾ ਹੈ। ਇਮ ਦਿਨ ਦੋਨੋਂ ਬਹੁਰ ਬਿਤਾਏ। ਇਸ ਤਰ੍ਹਾਂ ਸਾਧ ਸੰਗਤ ਜੀ 2 ਦਿਨ ਹੋਰ ਬੀਤ ਗਏ। ਪੂਰਨਮਾਸ਼ੀ ਦਾ ਅਗਲਾ ਦਿਨ ਆਇਆ। ਹਾਂਜੀ, ਖੇਲਤ ਹੋਰੀ ਮਿਲ ਹੁਲਸਾਏ। ਹੋਲੀ ਦੀ ਪੂਰਨਮਾਸ਼ੀ ਸੀ। ਪੂਰਨਮਾਸ਼ੀ ਵਾਲੇ ਦਿਨ ਹੋਲੀ ਹੁੰਦੀ ਹੈ। ਹੋਲੀ ਕੀਨੀ ਸੰਤ ਸੇਵ, ਰੰਗ ਲਾਗਾ ਅਤ ਲਾਲ ਦੇਵ। ਗੁਰੂ ਕੇ ਸਿੱਖਾਂ ਨੇ ਹੋਲੀ ਮਨਾਈ ਹੈ। ਗਾਵੈ ਸ਼ਬਦ ਮੋਦ ਚੌਕੋਦ। ਬੜੇ ਬੜੇ ਕੀਰਤਨੀਏ ਰਾਗੀ ਗੁਰੂ ਘਰ ਦੇ ਸੱਚੇ ਪਾਤਸ਼ਾਹ ਦੀ ਬਾਣੀ ਗਾਉਂਦੇ। ਬਸੰਤ ਰਾਗ ਦੇ ਵਿੱਚ ਕੀਰਤਨ ਹੁੰਦਾ ਹੈ। ਮਾਂ ਮਾਂ ਮੁਬਾਰਕੀ ਚੜ੍ਹਿਆ ਸਦਾ ਬਸੰਤ। ਬੜੇ ਸ਼ਬਦ ਬੜੇ ਹੀ ਆਨੰਦ ਵਿੱਚ ਰਬਾਬੀ ਗਾਉਂਦੇ ਹਨ। ਬਰਸਤ ਰੰਗ ਗੁਲਾਲ ਪਇਓਦ। ਤੇ ਗੁਲਾਲ ਰੰਗ ਦੀ ਬਰਖਾ ਹੁੰਦੀ ਹੈ। ਧਰਤੀ ਵੀ ਰੰਗੀ ਜਾਂਦੀ ਹੈ, ਅਸਮਾਨ ਵੀ ਰੰਗਿਆ ਜਾਂਦਾ ਹੈ। ਫਾਗ ਦਇਓ ਸੁਖ ਕੀਨਸ ਤਿਆਰੀ। ਕਹਿੰਦੇ ਜਿਸ ਦਿਨ ਹੋਲੀ ਦਾ ਦਿਨ ਆਇਆ ਬੜੀ ਤਿਆਰੀ ਕੀਤੀ ਸਿੱਖਾਂ ਨੇ। ਨਿਕਸਨ ਕੀਨ ਵਹਿਰ ਗੁਰ ਭਾਰੀ। ਮਹਾਬਲੀ ਸੂਰਬੀਰ ਯੋਧੇ, ਦਲ ਭੰਜਨ ਗੁਰ ਸੂਰਮਾ। ਬੜ ਯੋਧਾ ਬਹੁ ਪਰਉਪਕਾਰੀ ਪਾਤਸ਼ਾਹ ਜੀ ਬਾਹਰ ਨਿਕਲੇ ਹਨ ਦੀਵਾਨ ਦੇ ਵਿੱਚ ਦਰਸ਼ਨ ਦੇਣ ਵਾਸਤੇ। ਫਰਸ਼ ਵਿਸ਼ਾਲ ਕਰਾਇਓ ਚਾਰੂ। ਬਹੁਤ ਸੋਹਣੇ ਫਰਸ਼ ਵਿਛਾਏ ਗਏ, ਗਲੀਚੇ ਸੁੰਦਰ ਚਾਨਣੀਆਂ ਚੰਦੋਏ ਲਾਏ ਗਏ। ਸੁਭਟ ਮਿਲੇ ਸਭ ਆਯੁਧ ਧਾਰੂ। ਔਰ ਸਾਰੇ ਸ਼ਸਤਰ ਧਾਰੀ ਸਿੱਖ ਯੋਧੇ ਮਿਲੇ ਹਨ। ਪੁਨ ਸੁੰਦਰ ਮਸ ਨੰਦ ਬਿਲੰਦ। ਫਿਰ ਬੜੀ ਸੁੰਦਰ ਗੱਦੀ ਮਹਾਰਾਜ ਦੀ ਤਖਤ ਸਜਾਇਆ ਗਿਆ ਹੈ। ਉਹਦੇ ਉੱਤੇ 6ਵੇਂ ਪਾਤਸ਼ਾਹ ਜੀ ਬਿਰਾਜਣਗੇ। ਕਰੀ ਡਸਾਵਨ ਰੰਗ ਅਮੰਦ। ਕਹਿੰਦੇ ਜਿਹਦੀ ਮਹਿਮਾ ਕਹੀ ਨਹੀਂ ਜਾ ਸਕਦੀ, ਐਸਾ ਸੁੰਦਰ ਦਰਬਾਰ ਸਿੱਖਾਂ ਨੇ ਸਜਾਇਆ। ਤੇ ਉਹਦੇ ਉੱਤੇ ਬੜਾ ਸੁੰਦਰ ਤਖਤ ਵਿਛਾਉਣਾ ਵਿਛਾ ਕੇ ਤੇ ਗੋਲ ਸਰਾਣਾ ਰੱਖਿਆ ਹੈ। ਪੁਨ ਉਪਮਾ ਉਪਧਾਨ ਮਹਾਨੋ ਆਨਾ। ਵੱਡਾ ਗੋਲ ਸਰਾਣਾ ਲਿਆਂਦਾ ਹੈ। ਗਿਰਦਾ ਬਸਤਰ ਬਰਨ ਬਰਨਾਨਾ। ਤੇ ਆਲੇ ਦੁਆਲੇ ਬੜੇ ਸੋਹਣੇ ਰੰਗ ਰੰਗ ਦੇ ਸੁੰਦਰ ਬਸਤਰ ਲਾਏ ਹਨ। ਸਭਾ ਵਿਸ਼ਾਲ ਰਾਖ ਮੈਦਾਨਾ। ਬੜਾ ਵੱਡਾ ਮੈਦਾਨ, ਕਿਉਂਕਿ ਹਜ਼ਾਰਾਂ ਸੰਗਤਾਂ ਨੇ ਆਉਣਾ। ਹੋਲੀ ਦਾ ਜੋੜ ਮੇਲਾ ਹੈ। ਹਜ਼ਾਰਾਂ ਸੰਗਤਾਂ ਦੇ ਬੈਠਣ ਵਾਸਤੇ ਸਾਧ ਸੰਗਤ ਜੀ ਵੱਡੀਆਂ ਵੱਡੀਆਂ ਕਨਾਤਾਂ ਲਾਈਆਂ ਗਈਆਂ, ਤੰਬੂ ਲਾਏ ਗਏ ਔਰ ਥੱਲੇ ਗਲੀਚੇ ਕਾਲੀਨ ਵਿਛਾਏ ਗਏ। ਬਹੁਤ ਵੱਡਾ
ਪੰਡਾਲ ਸਜਾਇਆ ਗਿਆ ਹੈ। ਫੂਲਨ ਮਾਲਾ ਰਚਤ ਸੁਜਾਨਾ। ਤੇ ਫੁੱਲਾਂ ਦੀਆਂ ਮਾਲਾ, ਫੁੱਲਾਂ ਦੀਆਂ ਲੜੀਆਂ ਆਲੇ ਦੁਆਲੇ ਲਟਕਾਈਆਂ ਹੋਈਆਂ ਨੇ। ਦਰਬਾਰ ਸੰਗਤਾਂ ਨੇ, ਸਿੱਖਾਂ ਨੇ ਬੜੀ ਰੀਝ ਨਾਲ ਗੁਰੂ ਸਾਹਿਬ ਛੇਵੇਂ ਪਾਤਸ਼ਾਹ ਦਾ ਸਜਾਇਆ ਹੈ। ਪੋਸ਼ਿਸ਼ ਬਿਸਦ ਮਹਿਦ ਬਪ ਪਾਈ। ਮਹਾਰਾਜ ਜੀ ਅੱਜ ਬਹੁਤ ਸੁੰਦਰ ਚਿੱਟੇ ਰੰਗ ਦਾ ਚੋਲਾ, ਚਿੱਟੀ ਪੁਸ਼ਾਕ ਪਹਿਨ ਕੇ ਆਏ ਹਨ। ਨਿਕਸੇ ਚਾਚਰ ਹੇਤ ਗੁਸਾਈ। ਆ ਮਹਾਰਾਜ ਹੋਲੀ ਖੇਡਣ ਵਾਸਤੇ ਬਾਹਰ ਨਿਕਲੇ ਹਨ। ਕੰਚਨ ਦੰਡ ਧਰੇ ਜਨ ਹਾਥ। ਸੋਨੇ ਦੇ ਡੰਡੇ, ਸੋਨੇ ਦੀਆਂ ਚੋਭਾਂ ਹੱਥ ਵਿੱਚ ਫੜੀਆਂ, ਚੋਬਦਾਰ ਅੱਗੇ ਅੱਗੇ ਤੁਰੇ ਆਉਂਦੇ ਹਨ। ਦਿਸਦਾ ਏ ਆਗੇ ਕੁਛ ਨਾਥ। ਕੁਝ ਸੱਜੇ, ਕੁਝ ਖੱਬੇ, ਕੁਝ ਸੂਰਮੇ ਅੱਗੇ ਤੇ ਕੁਝ ਪਿੱਛੇ। ਗੁਰੂ ਸਾਹਿਬ ਜੀ ਦੇ ਬੜੇ ਬੜੇ 6-6 ਫੁੱਟੇ ਨੌਜਵਾਨ ਯੋਧੇ, ਹੱਥਾਂ ਵਿੱਚ ਬਰਛੇ, ਤਲਵਾਰਾਂ ਗਾਤਰੇ ਪਾਈਆਂ ਹੋਈਆਂ, ਢਾਲਾਂ ਸਜਾਈਆਂ ਹੋਈਆਂ, ਬੰਦੂਕਾਂ ਫੜੀਆਂ ਹੋਈਆਂ, ਗੁਰੂ ਸਾਹਿਬ ਜੀ ਦੇ ਨਾਲ ਨਾਲ ਆ ਰਹੇ ਹਨ। ਸੁੰਦਰ ਚਮਰ ਟੁਰਾਵਤ ਪਾਛੇ। ਚੌਰ ਬਰਦਾਰਾਂ ਨੇ ਹੱਥ ਵਿੱਚ ਸੁਨਹਿਰੀ ਮੁੱਠਿਆਂ ਵਾਲੇ ਚੌਰ ਫੜੇ ਹੋਏ ਨੇ। ਗੁਰੂ ਹਰਗੋਬਿੰਦ ਸਾਹਿਬ ਦੇ ਸੀਸ ਤੇ ਰਾਜਿਆਂ ਦੇ ਰਾਜੇ ਤੇ ਮਹਾਰਾਜਿਆਂ ਦੇ ਮਹਾਰਾਜੇ, ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਦੇ ਸੀਸ ਤੇ ਚੌਰ ਝੂਲਦਾ ਹੈ। ਗਹਿਓ ਹਾਥ ਭਾਨੇ ਕਹੋ ਆਛੇ। ਤੇ ਗੁਰੂ ਹਰਗੋਬਿੰਦ ਸਾਹਿਬ ਜੀ ਬ੍ਰਹਮ ਗਿਆਨੀ ਭਾਈ ਭਾਨੇ ਦੀ ਬਾਂਹ ਫੜੀ ਹੋਈ ਹੈ। ਬਾਬਾ ਬੁੱਢਾ ਸਾਹਿਬ ਜੀ ਦੇ ਸਪੁੱਤਰ ਭਾਈ ਭਾਨਾ ਜੀ ਉਹਨਾਂ ਨੂੰ ਬਾਹੋਂ ਨਾਲ ਫੜ ਕੇ ਨਾਲ ਨਾਲ ਛੇਵੇਂ ਪਾਤਸ਼ਾਹ ਲਈ ਆਉਂਦੇ ਹਨ। ਮੰਦ ਮੰਦ ਮੁਸਕਾਵਤ ਆਏ। ਤੇ ਮਹਾਰਾਜ ਮੰਦ ਮੰਦ ਮੁਸਕਰਾ ਰਹੇ ਹਨ। ਚਿਹਰੇ ਤੇ ਬੁੱਲਾਂ ਤੇ ਖੁਸ਼ੀ ਦਾ, ਆਨੰਦ ਦਾ ਪ੍ਰਗਟਾਵਾ ਹੋ ਰਿਹਾ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ। ਹੋਲੀ ਦਾ ਦੀਵਾਨ ਸਜ ਗਿਆ ਹੈ ਤੇ ਹਜੂਰ ਸੱਚੇ ਪਾਤਸ਼ਾਹ ਸੰਗਤਾਂ ਨੂੰ ਦਰਸ਼ਨ ਦੇਣ ਲਈ ਦੀਵਾਨ ਵਿੱਚ ਆ ਰਹੇ ਨੇ। ਕਮਲ ਬਿਲੋਚਨ ਕੋ ਬਿਕਸਾਏ। ਕਮਲ ਵਰਗੀਆਂ ਸੁੰਦਰ ਨੇਤਰ ਦੀਆਂ ਪੰਖੜੀਆਂ ਖਿੜੀਆਂ ਹਨ। ਸਵਾ ਗਿਲਸ਼ਤ ਸਭਨ ਤੇ ਉੱਚੇ। ਸਵਾ ਗਿੱਠ, ਆਪਾਂ ਇੱਕ ਉਂਗਲੀ ਤੋਂ ਅੰਗੂਠੇ ਦਾ ਇਹਨੂੰ ਗਿੱਠ ਕਹਿੰਦੇ ਆ। ਸਵਾ ਗਿੱਠ ਯਾਨੀ ਕਹਿ ਲਓ ਵੀ ਲਗਭਗ 9-10 ਇੰਚ ਜਾਂ 1 ਫੁੱਟ ਕਹਿ ਲਓ। ਸਾਰਿਆਂ ਨਾਲੋਂ ਉੱਚੇ ਲੱਗਦੇ। ਜਿੰਨੀ ਸੰਗਤ ਹੈ ਨਾ, ਹਜ਼ਾਰਾਂ ਲੱਖਾਂ ਸੰਗਤਾਂ ਨੇ, ਤੇ 6-6 ਫੁੱਟ ਦਾ ਤੇ ਆਮ ਕੱਦ ਹੁੰਦਾ ਹੀ ਹੈ ਲੋਕਾਂ ਦਾ। ਉਹਨਾਂ ਤੋਂ ਵੀ ਸਵਾ ਗਿੱਠ ਉੱਪਰ ਮਹਾਰਾਜ ਸੱਚੇ ਪਾਤਸ਼ਾਹ ਦੀ ਧੌਣ। ਦੂਰੋਂ ਪਤਾ ਲੱਗਦਾ ਵੀ ਮਹਾਬਲੀ ਯੋਧੇ, ਮੀਰੀ ਪੀਰੀ ਦੇ ਮਾਲਕ ਸੱਚੇ ਪਾਤਸ਼ਾਹ ਜੀ ਆ ਰਹੇ ਹਨ। ਬੋਲਤ ਦੇਪਤ ਦਸਨ ਦੁੱਤ ਸੂਚੇ। ਤੇ ਭਾਈ ਭਾਨੇ ਨਾਲ ਤੇ ਸਿੱਖਾਂ ਨਾਲ ਜਦੋਂ ਬਚਨ ਕਰਦੇ ਨਾ, ਤੇ ਮਹਾਰਾਜ ਦੇ ਦੰਦ ਮੋਤੀਆਂ ਤਰ੍ਹਾਂ ਚਮਕਦੇ ਹਨ। ਭੁਜ ਡੰਡਨ ਜਨ ਸੁੰਡ ਪ੍ਰਚੰਡੇ। ਆ ਜਿਹੜੀਆਂ ਬਾਹਾਂ ਨੇ ਨਾ, ਡੋਲੇ ਨੇ, ਇਹ ਏਦਾਂ ਨੇ ਜਿਵੇਂ ਹਾਥੀ ਦੀ ਸੁੰਡ ਹੋਵੇ। ਭੁਜ ਦੰਡਨ, ਡੋਲਿਆਂ ਦੀ ਜਿਹੜੀ ਮਹਾਰਾਜ ਸੱਚੇ ਪਾਤਸ਼ਾਹ, ਇੰਨਾ ਬਲ ਸੰਸਾਰ 'ਚ ਕਿਸੇ 'ਚ ਹੋਇਆ ਹੀ ਨਹੀਂ। 2 ਜਵਾਨ ਮਹਾਰਾਜ ਦੇ ਸਮੇਂ ਇੱਕ ਹੋਏ ਨੇ, ਇੱਕ ਪੈਂਦੇ ਖਾਨ, ਇੱਕ ਕਾਬਲ ਬੇਗ। ਪੈਂਦੇ ਖਾਨ ਮਹਾਰਾਜ ਨੇ ਆਪ ਪਾਲਿਆ ਸੀ, ਜਿਹੜਾ ਇੱਦਾਂ ਢਾਲ ਨੂੰ ਚੀਰ ਦਿੰਦਾ ਸੀ, ਰੁਪਈਏ ਇੱਦਾਂ ਹੱਥ ਰੱਖ ਕੇ ਮਸਲ ਦਿੰਦਾ ਸੀ। ਉੱਦਾਂ ਦਾ ਹੀ ਕਾਬਲ ਬੇਗ ਸੀਗਾ, ਜਿਹੜਾ ਕਾਬਲ ਤੋਂ ਆਇਆ ਸੀ, ਲੱਲਾ ਬੇਗ ਦਾ ਭਾਣਜਾ। ਇਹ ਦੋਵੇਂ ਕਹਿੰਦੇ ਸੀ ਵੀ ਸਾਡੇ ਵਰਗਾ ਦੁਨੀਆ 'ਤੇ ਕੋਈ ਜਵਾਨ ਕੋਈ ਨਹੀਂ। ਪਰ ਛੇਵੇਂ ਪਾਤਸ਼ਾਹ ਦਾ ਇੱਕ ਵਾਰ ਵੀ ਨਹੀਂ ਝੱਲ ਸਕੇ। ਮਹਾਰਾਜ ਨੇ ਦੋਵੇਂ ਝਟਕ ਦਿੱਤੇ ਸੀਗੇ। ਕਾਬਲ ਬੇਗ ਨੂੰ ਮਹਾਰਾਜ ਦੇ ਜੰਗ 'ਚ ਤੇ ਪੈਂਦੇ ਨੂੰ ਕਰਤਾਰਪੁਰ ਦੇ ਜੰਗ 'ਚ ਮਾਰਿਆ ਸੀ। ਐਡੇ ਮਹਾਬਲੀ ਸਤਿਗੁਰੂ ਤੁਰੇ ਆਉਂਦੇ ਐ। ਜਿਨ ਤੇ ਖੰਡ ਖੰਡ ਰਿਪ ਦੰਡੇ। ਇਹ ਉਹ ਭੁਜ ਦੰਡ ਹਨ, ਇਹ ਉਹ ਬਾਹਾਂ ਹਨ ਜਿਨ੍ਹਾਂ ਬਾਹਾਂ ਨਾਲ ਵੈਰੀਆਂ ਦੇ ਟੋਟੇ ਟੋਟੇ ਕੀਤੇ ਹਨ। ਇਹਨਾਂ ਬਾਹਾਂ ਨੇ ਮੁਖਲਿਸ ਖਾਂ, ਅਬਦੁਲ ਬੇਕਾਨ, ਲੱਲਾ ਬੇਗ, ਕੰਬਰ ਬੇਗ, ਕਾਬਲ ਬੇਗ, ਪੈਂਦੇ ਖਾਨ, ਕਾਲੇ ਖਾਂ ਵਰਗੇ ਮਾਰੇ ਹਨ। ਮੁਕਤਾ ਮਾਲ ਬਸਾਲ ਸੁਹਾਈ। ਬੜੇ ਕੀਮਤੀ ਸੁੱਚੇ ਮੋਤੀਆਂ ਦੀ ਮਾਲਾ ਗਲ ਵਿੱਚ ਪਾਈ ਹੈ।
ਬੀਚ ਬੈਡੂਰਜ ਬਹੁ ਛਬ ਪਾਈ ਵਿੱਚ ਬਡੂਰਜ ਮਣੀਆਂ ਵਿੱਚ ਸ਼ੋਭਾ ਪਾਉਂਦੀਆਂ, ਦੂਰੋਂ ਪਤਾ ਲੱਗਦਾ ਵੀ ਬਹੁਤ ਮਹਿੰਗੀ ਮਾਲਾ ਪਹਿਨੀ ਹੋਈ ਹੈ। ਆਯੁਧ ਬਿਨਾ ਆਏ ਥਿਰ ਭਏ ਅੱਜ ਮਹਾਰਾਜ ਸ਼ਸਤਰ ਨਹੀਂ ਪਹਿਨੇ, ਕਿਉਂਕਿ ਅੱਜ ਲੀਲਾ ਹੋਰ ਕਰਨੀ ਹੈ। ਅੱਗੇ ਤੇ ਸ਼ਸਤਰਾਂ ਨਾਲ ਸੱਜ ਕੇ ਆਉਂਦੇ ਸੀ, ਅੱਜ ਬਿਨਾਂ ਸ਼ਸਤਰਾਂ ਦੇ ਆਏ ਹਨ। ਚਾਹੁੰਦਿਸ ਤੇ ਨਮਰੀ ਥਿਰ ਥੇ ਇਹ ਸੰਗਤਾਂ ਚਾਰੇ ਪਾਸਿਓਂ ਨਮਸਕਾਰਾਂ ਕਰ ਰਹੀਆਂ ਹਨ। ਸੁਨ ਸੁਨ ਸੁਧ ਸਿੱਖ ਬ੍ਰਿੰਦ ਮਸੰਦ ਕਹਿੰਦੇ ਬਹੁਤ ਸਾਰੀਆਂ ਸੰਗਤਾਂ, ਬਹੁਤ ਸਾਰੇ ਮਸੰਦ ਖੜੇ ਨੇ, ਹੱਥ ਜੋੜ ਜੋੜ ਕੇ ਵਾਰੀ ਵਾਰੀ ਮੱਥਾ ਟੇਕਦੇ ਨੇ। ਆਏ ਧਰੇ ਅਕੋਰ ਬਿਲੰਦ ਔਰ ਮਹਾਰਾਜ ਨੂੰ ਆ ਕੇ ਆਪਣੀਆਂ ਪ੍ਰੇਮ ਭੇਟਾਵਾਂ ਅਰਪਣ ਕਰਦੇ ਨੇ। ਅਨਕ ਸੰਗਤਾਂ ਦੇਸ਼ਨ ਦੇਸ਼ ਅਨੇਕਾਂ ਸੰਗਤਾਂ ਦੇਸਾਂ ਵਿਦੇਸਾਂ ਤੋਂ ਆਈਆਂ ਹੋਈਆਂ ਨੇ। ਬਹੁਮੋਲੀ ਲੈ ਵਸਤ ਅਸ਼ੇਸ਼ ਬਹੁਤ ਮੋਲੀਆਂ ਵਧੀਆ ਵਧੀਆ ਵਸਤੂਆਂ ਲੈ ਕੇ ਆਈਆਂ ਨੇ। ਅਰਨ ਬਰਨ ਅਰ ਪੀਤ ਬਸਾਲੇ ਲਾਲ ਤੇ ਪੀਲੇ ਰੰਗ ਦੇ ਕੇਤਕ ਪਿਚਕਾਰੀ ਜਤ ਲਾਲ ਚਾਲੇ ਪਿਚਕਾਰੀਆਂ ਭਰ ਕੇ ਰੰਗ ਜਿਹੜਾ ਇੱਕ ਦੂਜੀ ਤੇ ਪਾ ਰਹੇ ਨੇ। ਅਲਤਾ ਬ੍ਰਿੰਦ ਗੁਲਾਲ ਅੰਬੀਰ ਅਲਤਾ ਤੇ ਗੁਲਾਲ, ਆ ਜਿਹੜਾ ਸਾਧ ਸੰਗਤ ਜੀ ਅੱਜ ਕੱਲ੍ਹ ਹੋਲੀ ਤੇ ਰੰਗ ਪਾਉਂਦੇ, ਇਹ ਤਾਂ ਅੱਖਾਂ ਨਹੀਂ ਕਰ ਦਿੰਦਾ। ਜੇ ਚਮੜੀ ਤੇ ਸੁੱਟ ਦਈਏ ਤੇ ਚਮੜੀ ਖਰਾਬ ਹੋ ਜਾਂਦੀ ਹੈ। ਜਿਹੜਾ ਅਸਲੀ ਰੰਗ ਹੁੰਦਾ ਨਾ, ਉਹ ਬਹੁਤ ਮਹਿੰਗਾ ਹੁੰਦਾ। ਅਲਤਾ, ਅੰਬੀਰ, ਗੁਲਾਲ, ਜਿਵੇਂ ਭਾਈ ਨੰਦ ਲਾਲ ਜੀ ਨੇ ਲਿਖਿਆ 10ਵੇਂ ਪਾਤਸ਼ਾਹ ਦੀ ਹੋਲੀ ਦਾ ਜ਼ਿਕਰ ਕੀਤਾ ਨਾ, ਗੁਲੇ ਹੋਲੀ ਬਬਾਗੇ ਦਹਿਰਬੂ ਕਰਦ ਲਬੇ ਚੋਂ ਗੁੰਚੈ ਰਾਫਰ ਖੰਦਾ ਖੂ ਕਰਦ ਗੁਲਾਬੋ ਅੰਬਰੋ ਮੁਸ਼ਕੋ ਅਮੀਰੋ ਚੂੰ 12 ਬਾਰ ਸੇ ਅਜ ਸੂ ਬਸੂ ਕਰਦ ਜ਼ਹੇ ਪਿਚਕਾਰੀਏ ਪੁਰ ਜ਼ਾਫਰਾਨੀ ਕਿ ਹਰ ਬੇ ਰੰਗ ਰਾ ਖੁਸ਼ ਰੰਗੋ ਬੂ ਕਰਦ ਗੁਲਾਲ ਅਫਸਾਨੀਏ ਦਸਤੇ ਮੁਬਾਰਕ ਜ਼ਮੀਨੋ ਆਸਮਾਂ ਰਾ ਸੁਰਖਰੂ ਕਰਦ। ਉਹ ਜਿਹੜੀਆਂ ਮਹਿੰਗੀਆਂ ਮਹਿੰਗੀਆਂ ਵਸਤੂਆਂ ਹਨ, ਉਹ ਸੰਗਤਾਂ ਉਡਾਉਂਦੀਆਂ ਦਰਬਾਰ ਦੇ ਵਿੱਚ। ਲੈ ਕਰ ਪਹੁੰਚਤ ਭੇ ਸਿੱਖ ਤੀਰ ਉਹ ਗੁਲਾਲ ਲੈ ਕੇ ਸਿੱਖ ਪਹੁੰਚੇ ਹਨ ਦਰਬਾਰ ਦੇ ਵਿੱਚ। ਪ੍ਰਥਮਾ ਚਰਨ ਸਰੋਜਨ ਬੰਦ ਹੈ ਪਹਿਲਾਂ ਆ ਕੇ ਗੁਰੂ ਮਹਾਰਾਜ ਦੇ ਚਰਨ ਕਮਲਾਂ ਤੇ ਮੱਥਾ ਟੇਕਦੇ ਹਨ। ਆਗੇ ਧਰ ਹੈ ਕੋਰ ਬਿਲੰਦ ਹੈ ਫਿਰ ਗੁਰੂ ਸਾਹਿਬ ਦੇ ਅੱਗੇ ਆਪਣੀਆਂ ਪ੍ਰੇਮ ਭੇਟਾਵਾਂ ਰੱਖਦੇ ਹਨ। ਉਡਤ ਗੁਲਾਲ ਘਟਾ ਜਨ ਹੋਈ ਆਹ ਗੁਰੂ ਦਰਬਾਰ 'ਚ ਅੱਜ ਗੁਲਾਲ ਉੱਡ ਰਿਹਾ ਹੈ। ਜਿਵੇਂ ਕਾਲੀਆਂ ਘਟਾਵਾਂ ਉੱਡਦੀਆਂ ਨੇ ਨਾ ਬੱਦਲਾਂ ਦੀਆਂ, ਅੱਜ ਲਾਲ ਲਾਲ ਘਟਾਵਾਂ ਉੱਡ ਰਹੀਆਂ ਨੇ ਰੰਗ ਦੀਆਂ। ਰੰਗ ਬੂੰਦ ਬਰਖਤ ਹੈ ਸੋਈ ਅੱਜ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਰੰਗ ਵਸ ਰਿਹਾ ਹੈ। ਜਨ ਸੰਧਿਆ ਮਿਲ ਬੇ ਕਹੋ ਆਈ ਇੰਝ ਲੱਗਦਾ ਜਿਵੇਂ ਸੰਧਿਆ ਮਿਲਣ ਵਾਸਤੇ ਆਈ ਹੋਵੇ। ਹਰ ਗੋਬਿੰਦ ਮੁਖ ਚੰਦ ਸੁਹਾਈ ਤੇ ਗੁਰੂ ਮਹਾਰਾਜ ਦਾ ਮੁਖੜਾ ਚੰਦਰਮਾ ਹੋਵੇ। ਚੰਦਰਮਾ ਨੂੰ ਰਾਤ ਮਿਲਦੀ ਨਾ, ਸੰਧਿਆ ਸ਼ਾਮ ਨੂੰ ਮਿਲਦੀ ਆ ਕੇ, ਉਦਾਂ ਦਾ ਸੀਨ ਬਣ ਗਿਆ ਹੈ। ਮਿਲਿਓ ਗੁਲਾਬ ਗੁਲਾਲ ਉਡੰਤਾ ਗੁਲਾਲ ਦੇ ਵਿੱਚ ਗੁਲਾਬ ਪਾਇਆ ਹੋਇਆ ਤੇ ਖੁਸ਼ਬੂਦਾਰ ਗੁਲਾਲ ਉੱਡਦਾ ਹੈ। ਖੇਲਤ ਹੋਰੀ ਸ੍ਰੀ ਜਗਕੰਤਾ ਸਾਰੇ ਜਗਤ ਦੇ ਮਾਲਕ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਹੋਲੀ ਖੇਡ ਰਹੇ ਹਨ। ਹੋਲੀ ਕੀਨੀ ਸੰਤ ਸੇਵ ਰੰਗ ਲਾਗਾ ਅਤ ਲਾਲ ਦੇਵ। ਹਾਂਜੀ, ਛੁਟਤ ਅੰਬਰੀਨ ਮੂਠ ਬਡੇਰੀ ਅੰਬੀਰ ਦੀਆਂ ਮੁੱਠਾਂ ਭਰ ਭਰ ਕੇ ਸਿੱਖ ਰੰਗ ਉਡਾਉਂਦੇ ਹਨ। ਦੋਹ ਦਿਸ਼ ਹਵੈ ਕਰ ਹੇਲੋ ਗੇਰੀ ਤੇ ਬੜਾ ਭਾਰੀ ਹੱਲਾ ਹੋ ਰਿਹਾ ਹੈ। ਹੋਲੀ ਖੇਲ ਛੁਟਤ ਪਿਚਕਾਰੀ ਪਿਚਕਾਰੀਆਂ ਭਰ ਭਰ ਕੇ ਗੁਲਾਬ ਦੀਆਂ, ਗੁਲਾਬ ਜਲ ਦੀਆਂ ਪਾਉਂਦੇ ਹਨ। ਭਰ ਭਰ ਮੂਠ ਸਾਮ ਹੈ ਡਾਰੀ ਔਰ ਭਰ ਭਰ ਕੇ ਮੁੱਠਾਂ ਸੁੱਟਦੇ ਹਨ ਰੰਗ ਦੀਆਂ। ਬ੍ਰਿੰਦ ਮਸੰਦ ਸੰਗਤਾ ਸੰਗ ਬਹੁਤ ਸਾਰੇ ਮਸੰਦ ਤੇ ਸੰਗਤਾਂ ਦੇਸਾਂ ਪ੍ਰਦੇਸਾਂ ਤੋਂ ਆਈਆਂ ਹਨ। ਖੇਲਤ ਫਾਗ ਡਾਰ ਬਹੁ ਰੰਗ ਏਦਾਂ ਰੰਗਦਾਰ ਹੋਲੀ ਖੇਡੀ ਗਈ ਹੈ। ਦੇਖਤ ਸਭ ਮਨ ਮੁਦਤ ਬਿਸਾਲਾ ਸਾਰਿਆਂ ਦੇ ਮਨ ਬਾਗੋ ਬਾਗ ਹੋ ਗਏ ਨੇ, ਖੁਸ਼ੀ ਹੋ ਗਈ ਹੈ, ਸਾਰਿਆਂ ਨੂੰ ਚਾਹ ਚੜ ਗਏ ਹਨ। ਅੱਜ ਕੱਲ੍ਹ ਸਾਧ ਸੰਗਤ ਜੀ ਕਈਆਂ ਨੂੰ ਰੰਗ ਦੇ ਨਾਂ ਤੋਂ ਬੜੀ ਐਲਰਜੀ ਹੋਣ ਲੱਗ ਪਈ। 5-7 ਸਾਲਾਂ ਤੋਂ ਹੋਈ ਹੈ, ਪਹਿਲਾਂ ਕੋਈ ਨਹੀਂ ਸੀ।
ਐਤਕੀ ਹੋਲੇ ਮਹੱਲੇ ਤੇ ਸਾਨੂੰ ਵੀ ਇੱਕ ਪੱਤਰਕਾਰ ਮਿਲ ਗਿਆ। ਅਖੇ ਗਿਆਨੀ ਜੀ ਦੱਸੋ, ਇਹ ਜੀ ਬਾਣੀ ਦਾ ਰੰਗ ਹੁੰਦਾ ਤੇ ਤੁਸੀਂ ਦੂਜਾ ਰੰਗ ਕਿਉਂ ਉਡਾਉਂਦੇ ਹੋ? ਮੈਂ ਕਿਹਾ ਬਾਣੀ 'ਚ ਰੰਗ ਹੁੰਦਾ, ਮੰਨਦਾ ਨਾ? ਕਹਿੰਦਾ ਹਾਂ। ਮੈਂ ਕਿਹਾ ਇਹ ਮੰਨਦਾ ਵੀ ਬਾਣੀ ਮਿੱਠੀ ਹੁੰਦੀ ਹੈ? ਕਹਿੰਦਾ ਹਾਂ ਬਾਣੀ ਮਿੱਠੀ ਹੁੰਦੀ ਹੈ। ਭਾਵੇਂ ਬਹੁਤਾ ਨਹੀਂ ਪੜ੍ਹਿਆ ਸੀ ਪਰ ਚਲੋ ਉਹਨੂੰ ਸਮਝ ਆ ਗਈ ਵੀ ਬਾਣੀ ਤਾਂ ਮਿੱਠੀ ਹੁੰਦੀ, ਕੌੜੀ ਤਾਂ ਨਹੀਂ ਨਾ ਕਹਿ ਸਕਦਾ ਬਾਣੀ ਨੂੰ। ਬਾਣੀ ਗੁਰਬਾਣੀ ਮਿੱਠੀ ਅੰਮ੍ਰਿਤ ਧਾਰ। ਕਹਿੰਦਾ ਬਾਣੀ ਮਿੱਠੀ ਹੁੰਦੀ ਹੈ। ਮੈਂ ਕਿਹਾ ਜੇ ਬਾਣੀ ਮਿੱਠੀ ਹੁੰਦੀ ਤੇ 5 ਪਿਆਰੇ ਪਤਾਸੇ ਕਿਉਂ ਪਾਉਂਦੇ ਨੇ ਵਿੱਚ? ਬਾਣੀ ਨਾਲ ਹੀ ਮਿੱਠਾ ਕਰ ਲਓ। ਬਾਣੀ ਦੀ ਮਿੱਠੀ ਹੋਰ ਅੰਦਰਲੀ ਗੱਲ ਹੈ। ਜਿਹੜੀ ਅੰਦਰਲੀ ਗੱਲ ਹੈ ਉਹਨੂੰ ਬਾਹਰ ਵੀ ਪ੍ਰਗਟ ਕਰਨਾ। ਉਹ ਬਾਹਰ ਪ੍ਰਗਟ ਕਰਨ ਲਈ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮਾਤਾ ਜੀ ਕੋਲੋਂ ਪਤਾਸੇ ਪਵਾਏ ਨੇ ਨਾ, ਤਾਂ ਕਿ ਸਾਨੂੰ ਸਮਝ ਆ ਜਾਵੇ ਵੀ ਅੰਮ੍ਰਿਤ ਅੰਦਰੋਂ ਵੀ ਮਿੱਠਾ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜੇ ਬਾਹਰੋਂ ਆਪ ਛਕ ਰਹੇ ਹਾਂ ਮਿੱਠਾ ਤੇ ਉਹਦਾ ਮਤਲਬ ਹੈ ਅੰਦਰ ਵੀ ਮਿਠਾਸ ਹੈ। ਇੱਦਾਂ ਜਿਹੜਾ ਬਾਣੀ ਦਾ ਅੰਦਰਲਾ ਰੰਗ ਹੈ ਨਾ, ਇਹ ਬਾਹਰਲੇ ਰੰਗ ਰਾਹੀਂ ਅੰਦਰਲੇ ਰੰਗ ਨੂੰ ਪ੍ਰਗਟ ਕੀਤਾ ਹੈ। ਆਖੋ ਸ੍ਰੀ ਵਾਹਿਗੁਰੂ। ਐਵੇਂ ਸੁਣੀਆਂ ਸੁਣਾਈਆਂ ਗੱਲਾਂ ਅੱਜ ਕੱਲ੍ਹ ਫੇਸਬੁੱਕ ਗਿਆਨੀ ਬਹੁਤ ਨੇ, ਵਟਸਐਪ ਦੇ ਉੱਤੇ ਪਾਤੀ ਕਿਸੇ ਨੇ ਸੁਣ ਲਈ, ਉਹ ਅੱਗੇ ਜੇ ਅੱਗੇ ਚੱਕਾ ਚੱਕ, ਇਹ ਜੀ ਹਿੰਦੂਆਂ ਦੀ ਹੋਲੀ, ਇਹ ਜੀ ਮੁਸਲਮਾਨਾਂ ਦੀ ਹੈ ਜੀ, ਇਹ ਫਲਾਣਿਆਂ ਦਾ। ਜਿਹੜੀ ਗੱਲ ਗੁਰੂ ਸਾਹਿਬ ਨੇ ਸਾਨੂੰ ਉਹਨਾਂ ਗੱਲਾਂ ਦੇ ਵਿੱਚੋਂ ਜਿਹੜੀਆਂ ਸਮਾਜ ਵਿੱਚ ਚੱਲ ਰਹੀਆਂ ਸਨ, ਉਹਦੇ ਵਿੱਚੋਂ ਹੀ ਗੁਰੂ ਸਾਹਿਬ ਨੇ ਸਾਨੂੰ ਕੱਢਣਾ ਸੀ, ਉੱਪਰ ਕਰਨਾ ਸੀ, ਉਹਦੇ ਰਾਹੀਂ ਗਿਆਨ ਦੇਣਾ ਸੀ, ਉਹਦੇ ਰਾਹੀਂ ਸਿੱਖਿਆ ਦੇਣੀ ਸੀ। ਸੋ ਸੱਚੇ ਪਾਤਸ਼ਾਹ ਜੀ ਨੇ ਅੰਦਰੂਨੀ ਰੰਗ ਲਾਇਆ, ਪਹਿਲੋਂ ਬਾਹਰੋਂ ਵੀ ਰੰਗ ਲਾਇਆ। ਗੁਰੂ ਨੇ ਅੰਦਰੋਂ ਵੀ ਰੰਗ ਤੇ, ਗੁਰੂ ਨੇ ਬਾਹਰੋਂ ਵੀ ਰੰਗ ਤੇ। ਆਹ ਹਾਂਜੀ। ਭਰਿਓ ਬਦਨ ਪਰ ਜਮਿਓ ਗੁਲਾਲਾ। ਤੇ ਸਾਧ ਸੰਗਤ ਜੀ ਸਾਰਿਆਂ ਦੇ ਚਿਹਰਿਆਂ ਦੇ ਉੱਤੇ ਗੁਲਾਲ ਹੀ ਜਮਿਆ ਹੋਇਆ ਹੈ। ਸਭ ਕੇ ਬਰਨ ਲਾਲ ਹੋਏ ਗਏ। ਸਾਰਿਆਂ ਦੇ ਚਿਹਰੇ ਲਾਲ ਸੁਰਖ ਹਨ, ਲਾਲੋ ਲਾਲ ਹਨ। ਲਾਲ ਰੰਗ ਤਿਸ ਕੋ ਲੱਗਾ ਜਿਸ ਕੇ ਵਡ ਭਾਗਾ, ਮੈਲਾ ਕਦੇ ਨਾ ਹੋਵਈ ਨਾ ਲਾਗੇ ਦਾਗਾ। ਹਾਂਜੀ। ਚਿਤਰਤ ਬਸਤਰ ਬਚਿਤਰਤ ਰਹਿ ਪਏ। ਚਿਤਰਤ ਬਸਤਰ ਬਚਿਤਰਤ ਪਏ। ਬੜੇ ਸੋਹਣੇ ਸੋਹਣੇ ਰੰਗਦਾਰ ਕੱਪੜੇ ਹੋ ਗਏ। ਐਮ ਸਤਿਗੁਰ ਬਹੁ ਕਰੇ ਬਿਲਾਸਾ। ਇਸ ਤਰ੍ਹਾਂ ਮਹਾਰਾਜ ਛੇਵੇਂ ਪਾਤਸ਼ਾਹ ਨੇ ਕੌਤਕ ਕੀਤੇ ਹਨ, ਹੋਲੀ ਮਨਾਈ ਹੈ। ਸਿੱਖ ਮਸੰਦ ਮਿਲੇ ਗਣ ਦਾਸਾ। ਹਜ਼ਾਰਾਂ ਸੰਗਤਾਂ ਸਿੱਖ ਮਿਲੇ ਹਨ। ਹਿਰਦੇ ਮੁਦਿਤ ਸਭ ਕੇ ਹੋਏ ਰਹੇ। ਸਾਰਿਆਂ ਦੇ ਹਿਰਦੇ ਪ੍ਰਸੰਨ ਹਨ। ਕੁਸ਼ਲ ਪ੍ਰਸੰਨ ਸਭ ਹਨ ਸੋ ਕਹੇ। ਸਾਰਿਆਂ ਨਾਲ ਮਹਾਰਾਜ ਨੇ ਬਚਨ ਵਿਲਾਸ ਕੀਤੇ। ਦੂਰੋਂ ਦੂਰੋਂ ਸੰਗਤਾਂ ਆਈਆਂ ਸਨ, ਸਭ ਦਾ ਹਾਲ ਚਾਲ ਪੁੱਛਿਆ, ਸਾਰਿਆਂ ਨਾਲ ਗੱਲਬਾਤ ਕੀਤੀ ਗੁਰੂ ਸਾਹਿਬ ਨੇ। ਹਾਂਜੀ। ਬ੍ਰਿੰਦ ਮਸੰਦ ਜੇ ਸਿੱਖ ਪ੍ਰਧਾਨੇ। ਜਿਹੜੇ ਦੂਰੋਂ ਦੂਰੋਂ ਪ੍ਰਧਾਨ ਮੁਖੀ ਮਸੰਦ ਸਿੱਖ ਆਏ ਸਨ ਸਤਿਗੁਰਾਂ ਦੇ, ਕਰ ਜੋਰਤ ਨਿਜ ਸ਼੍ਰੇਅ ਬਖਾਨੇ। ਉਹਨਾਂ ਨੇ ਆਖਿਆ ਮਹਾਰਾਜ ਤੁਹਾਡੀ ਕਿਰਪਾ ਨਾਲ ਸਭ ਦਾ ਠੀਕ ਹੈ। ਸਾਡੇ ਦੇਸਾਂ ਵਿੱਚ, ਸਾਡੇ ਇਲਾਕਿਆਂ ਵਿੱਚ ਸਿੱਖੀ ਦਾ ਪ੍ਰਚਾਰ ਹੋ ਰਿਹਾ, ਨਾਮ ਬਾਣੀ ਸੇਵਾ ਸਿਮਰਨ ਨਾਲ ਸੰਗਤਾਂ ਜੁੜ ਰਹੀਆਂ ਨੇ, ਕਥਾ ਕੀਰਤਨ ਹੁੰਦਾ, ਗੁਰਦੁਆਰਿਆਂ ਵਿੱਚ ਲੰਗਰ ਚੱਲਦੇ ਨੇ, ਸਭ ਤੁਹਾਡੀ ਕਿਰਪਾ ਹੈ। ਮਹਾ ਦੀਵਾਨ ਲਗਿਓ ਦੁੱਤ ਪਾਵਤ। ਵੱਡਾ ਭਾਰੀ ਦੀਵਾਨ ਸਜਿਆ ਗੁਰੂ ਦਾ। ਸ਼ਬਦ ਰਬਾਬੀ ਸੁੰਦਰ ਗਾਵਤ। ਤੇ ਰਬਾਬੀ ਕੀਰਤਨ ਕਰਦੇ ਐ। ਗੁਰ ਸਿੱਖਨ ਕੋ ਮੇਲ ਸੁਹੇਲਾ। ਇਹ ਗੁਰਸਿੱਖਾਂ ਦਾ ਸੋਹਣਾ ਮੇਲ ਹੈ। ਦੁਹ ਲੋਕਨ ਕੋ ਜਹ ਮੁਦ ਮੇਲਾ। ਜਿੱਥੇ ਦੋਹਾਂ ਲੋਕਾਂ ਦੀ ਖੁਸ਼ੀ ਹੈ। ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਹਾਂਜੀ। ਦਰਸ਼ਨ ਦੇਖ ਦੇਖ ਬਲਿਹਾਰੀ। ਦਰਸ਼ਨ ਦੇਖ ਦੇਖ ਕੇ ਬਲਿਹਾਰ ਜਾਂਦੇ ਨੇ ਸਿੱਖ। ਅਦਕ ਪ੍ਰੇਮ ਤੇ ਸੁਖ ਦੇ ਉਦਾਰੀ। ਇਹ ਬੜੇ ਪ੍ਰੇਮ ਨਾਲ ਸੁੱਖਾਂ ਦੇ ਦਾਤੇ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰ ਰਹੇ ਨੇ। ਸਵਾ ਪਹਿਰ ਸਤਿਗੁਰ ਤਹ ਥਿਰੇ। ਲਗਭਗ ਸਵਾ ਪਹਿਰ, ਪੌਣੇ 4 ਘੰਟੇ, 4 ਘੰਟੇ ਦੀਵਾਨ 'ਚ ਗੁਰੂ ਸਾਹਿਬ ਬੈਠੇ ਰਹੇ। ਦਾਸ ਅਨੇਕ ਉਦਾਹਰਨ ਕਰੇ। ਹਜ਼ਾਰਾਂ ਸੰਗਤਾਂ ਨੂੰ ਤਾਰ ਦਿੱਤਾ ਦਰਸ਼ਨ ਦੇ ਕੇ। ਕਿਰਪਾ ਦ੍ਰਿਸ਼ਟ ਦਾਸਨ ਪਰ ਡਾਰਤ। ਕਿਰਪਾ ਦ੍ਰਿਸ਼ਟੀ ਕੀਤੀ ਸਿੱਖਾਂ ਤੇ। ਬਹੁਰੇ ਉਠਨ ਕੀ ਇੱਛਾ ਧਾਰਤ। ਤੇ ਫਿਰ ਉੱਠਣ ਲੱਗੇ ਨੇ ਤੇ ਅੱਗੇ ਸਾਧ ਸੰਗਤ ਜੀ ਹੁਣ ਦੂਸਰਾ ਦੀਵਾਨ ਵੀ ਸਜਾਣਗੇ, ਦੂਸਰਾ ਦੂਜ ਦਾ ਦੀਵਾਨ ਸਜਾਣਗੇ। ਉਸ ਦਿਨ ਸ੍ਰੀ ਗੁਰੂ ਹਰਿਰਾਏ ਸਾਹਿਬ ਨੂੰ ਗੱਦੀ ਦੇਣਗੇ। ਸਾਰੀ ਸੰਗਤ ਨੂੰ ਹੁਕਮ ਹੈ, ਜਾਣਾ ਨਹੀਂ ਭਾਈ ਕਿਸੇ ਨੇ।
ਉਹ ਸੰਗਤ ਸਾਰੀ ਰੁਕ ਗਈ ਹੈ। ਤੇ ਦੂਜ ਤੱਕ ਮਹਾਰਾਜ ਗੱਦੀ ਦੇ ਕੇ ਫਿਰ ਸੰਗਤਾਂ ਨੂੰ ਵਿਦਾ ਕਰਨਗੇ। ਉਹ ਕਥਾ ਆਪਾਂ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ।